ਮੁਸਲਿਮ ਸਿੱਖ ਏਕਤਾ ਦੇ ਵੱਡੇ ਪੁਰਾਤਨ ਸਬੂਤ ਦਿਖਾਉਣ ਲੱਗੇ ਹਾਂ ਤੁਹਾਨੂੰ। ਇਹ ਇਮਾਰਤਾਂ ਇੱਕ ਨਹੀਂ ਦੋ ਨਹੀਂ 5 ਇਮਾਰਤਾਂ ਗੁਰਦੁਆਰਾ ਸਾਹਿਬਾਨ ਦੀਆਂ ਨਵਾਬਾਂ ਨੇ ਜ਼ਮੀਨ ਦੇ ਕੇ ਤੇ ਨਾਲ ਪੈਸੇ ਦਾ ਵੀ ਸਹਿਯੋਗ ਦੇ ਕੇ ਇਹ ਇਮਾਰਤਾਂ ਖੜੀਆਂ ਕੀਤੀਆਂ। ਅੱਜ ਇਹ ਇਮਾਰਤਾਂ ਕਿਹੜੀ ਜਗ੍ਹਾ ਤੇ ਆ, ਕਿਹੜੇ ਨਵਾਬਾਂ ਵੱਲੋਂ ਇਹ ਬਣਾਈਆਂ ਗਈਆਂ, ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲਣੀ ਆ। ਇਹ ਵੀਡੀਓ ਇਸ ਗੱਲ ਦਾ ਸਬੂਤ ਆ ਕਿ ਸਿੱਖ ਸਮੁਦਾਇ ਦੀ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਜਾਤ ਧਰਮ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਉਹਨਾਂ ਦੀ ਜ਼ੁਲਮ ਨਾਲ ਟੱਕਰ ਸੀ। ਸ਼ੇਅਰ ਕਰਨਾ, ਏਕਤਾ ਨੂੰ ਪਹੁੰਚਾਉਣਾ ਦੁਨੀਆ ਤੱਕ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਇਤਿਹਾਸ ਦੀ ਬਹੁਤ ਵੱਡੀ ਗੱਲ ਦੱਸਣੀ ਆ। ਮੁਸਲਿਮ ਔਰ ਸਿੱਖ ਭਾਈਚਾਰੇ ਦੀ ਏਕਤਾ ਔਰ ਸਾਂਝ ਦੇ ਪ੍ਰਤੀਕ ਹੈ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ। ਇਹ ਮਲੇਰਕੋਟਲੇ ਦੇ ਵਿੱਚ ਪਹਿਲਾ ਗੁਰਦੁਆਰਾ ਸਾਹਿਬ ਸੀ ਜਿਹੜਾ ਕਿ 1906 ਦੇ ਵਿੱਚ ਬਣਿਆ। ਕਿਹਾ ਜਾਂਦਾ ਵੀ ਇਹਦੀ ਜ਼ਮੀਨ ਨਵਾਬ ਸਾਹਿਬ ਨੇ ਦਿੱਤੀ ਸੀ, ਮਤਲਬ ਇੱਕ ਮੁਸਲਮਾਨ ਕਹਿ ਸਕਦੇ ਭਾਈਚਾਰੇ ਦੇ ਵਿੱਚੋਂ ਨਵਾਬ ਨੇ ਜ਼ਮੀਨ ਦਿੱਤੀ ਤੇ ਗੁਰਦੁਆਰਾ ਸਿੱਖਾਂ ਦਾ ਬਣਿਆ, ਮਤਲਬ ਇੱਕ ਸਾਂਝ ਦੀ ਪ੍ਰਤੀਕ ਸੀ। ਸਾਡੇ ਨਾਲ ਸ਼ੇਖ ਇਫਤਿਖਾਰ ਹੁਸੈਨ ਸਾਹਿਬ ਹੋਣਗੇ, ਜ਼ਿਆਦਾ ਜਾਣਕਾਰੀ ਸਾਨੂੰ ਦੇਣਗੇ ਡਿਟੇਲ ਦੇ ਵਿੱਚ। ਸਰ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ, ਧੰਨਵਾਦ। ਸਰ ਗੱਲ ਇਉਂ ਆ ਵੀ ਕਹਿੰਦੇ ਵੀ ਸਭ ਤੋਂ ਪੁਰਾਣੀ ਇਮਾਰਤ ਆ ਜੀ ਗੁਰਦੁਆਰਾ ਸਾਹਿਬ ਬਣਾਇਆ ਤੇ ਨਵਾਬ ਸਾਹਿਬ ਦਾ ਵੀ ਵੱਡਾ ਯੋਗਦਾਨ ਤੇ ਇੱਕ ਭਾਈਚਾਰਕ ਸਾਂਝ ਦਾ ਵੀ ਪ੍ਰਤੀਕ ਆ ਜੀ। ਤੇ ਇਹਦੇ ਬਾਰੇ ਜੋ ਵੀ ਤੁਹਾਡੇ ਕੋਲ ਹੈਗਾ ਸਾਨੂੰ ਅੱਜ ਦਰਸ਼ਕਾਂ ਨਾਲ ਆਪਾਂ ਸਾਂਝਾ ਕਰਾਂਗੇ। ਐਕਚੁਅਲੀ ਕੀ ਹੈ ਜੀ, ਮਲੇਰਕੋਟਲਾ ਰਿਆਸਤ ਦੇ ਵਿੱਚ ਉਸ ਟਾਈਮ ਸਿੱਖ ਭਾਈਚਾਰੇ ਦੇ ਲੋਕ ਤਾਂ ਰਹਿੰਦੇ ਸੀਗੇ, ਮਗਰ ਉਹਨਾਂ ਦਾ ਕੋਈ ਧਾਰਮਿਕ ਸਥਾਨ ਨਹੀਂ ਸੀਗਾ। ਇਹ ਮੈਂ ਤੁਹਾਨੂੰ ਜਿਹੜੀ ਗੱਲ ਦੱਸ ਰਿਹਾ 1905 ਦੀ ਦੱਸ ਰਿਹਾ ਜੀ। 1905 ਦੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਨੇ ਵਾਲੇ ਉਹਨਾਂ ਨੇ ਇੱਥੇ ਦੀਵਾਨ ਸਜਾਇਆ ਤਾਂ ਉਹ ਦੀਵਾਨ ਦੇ ਵਿੱਚ ਨਵਾਬ ਸਾਹਿਬ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਆਉਣ ਦਾ ਜੀ। ਤੇ ਉਹ ਦੀਵਾਨ ਮੌਕੇ ਆਏ ਨਵਾਬ ਅਹਿਮਦ ਅਲੀ ਖਾਨ ਸਾਹਿਬ, ਤਾਂ ਆ ਕੇ ਉਹਨਾਂ ਨੇ ਦੀਵਾਨ ਸੁਣਿਆ, ਅਟੈਂਡ ਕੀਤਾ। ਉਸ ਤੋਂ ਬਾਅਦ ਫਿਰ ਸੰਤ ਬਾਬਾ ਅਤਰ ਸਿੰਘ ਜੀ ਨਾਲ ਨਵਾਬ ਸਾਹਿਬ ਦੀ ਮੁਲਾਕਾਤ ਹੋਈ ਜੀ। ਤਾਂ ਉਹਨਾਂ ਨੇ ਫਿਰ ਸੰਤ ਬਾਬਾ ਅਤਰ ਸਿੰਘ ਜੀ ਨੇ ਕਿਹਾ ਜੀ, ਕਹਿੰਦੇ ਵੀ ਸਿੱਖ ਭਾਈਚਾਰੇ ਵਾਸਤੇ ਤੁਹਾਨੂੰ ਕੁਛ ਨਹੀਂ ਜੀ, ਇੱਥੇ ਕੁਛ ਨਹੀਂ ਹੈਗਾ। ਉਹਨਾਂ ਦਾ ਆਪਣਾ ਕੋਈ ਧਾਰਮਿਕ ਸਥਾਨ ਨਹੀਂ ਹੈ, ਵੀ ਤੁਹਾਡੀ ਰਿਆਸਤ ਦੇ ਵਿੱਚ ਸਿੱਖਾਂ ਦਾ ਇੱਕ ਵੀ ਗੁਰਦੁਆਰਾ ਨਹੀਂ ਹੈ। ਤਾਂ ਨਵਾਬ ਸਾਹਿਬ ਨੂੰ ਇਸ ਗੱਲ ਦਾ ਜਿਹੜਾ ਹੈ ਕਾਫੀ ਪਿੰਚ ਹੋਈ। ਉਹਨਾਂ ਨੇ ਕਿਹਾ ਕਿ ਬਾਬਾ ਜੀ ਇਹ ਜਿਹੜੀ ਥਾਂ ਤੇ ਤੁਸੀਂ ਦੀਵਾਨ ਸਜਾਇਆ ਇਹ ਥਾਂ ਵੀ ਰਿਆਸਤ ਮਲੇਰਕੋਟਲੇ ਦੀ ਹੈ, ਸਾਡੀ ਆਪਣੀ ਹੈ। ਔਰ ਇਹ 27 ਬਿੱਘੇ ਜਗ੍ਹਾ ਹੈ, ਇਹ 27 ਦੀ 27 ਬਿੱਘੇ ਮੈਂ ਗੁਰਦੁਆਰਾ ਸਾਹਿਬ ਨੂੰ ਦੇ ਰਿਹਾ ਜੀ। ਤੇ ਬਾਬਾ ਜੀ ਬੜੇ ਖੁਸ਼ ਹੋਏ ਉਸ ਟਾਈਮ ਜੀ। ਤੇ ਇਹਦੇ ਜੀ ਗੁਰਦੁਆਰਾ ਉਸਾਰੋ, ਜੋ ਚਾਹੇ ਤੁਸੀਂ ਕਰੋ। ਇਹ ਗੁਰਦੁਆਰਾ ਸਾਹਿਬ ਵਾਸਤੇ ਮੈंने ਜਗ੍ਹਾ ਦੇ ਦਿੱਤੀ ਜੀ। ਔਰ ਇਸ ਤੋਂ ਇਲਾਵਾ ਅਗਰ ਹੋਰ ਵੀ ਕੋਈ ਸੇਵਾ ਮੈਨੂੰ ਲਾਉਣੀ ਹੈ ਤੁਸੀਂ ਉਹ ਸੇਵਾ ਲਾ ਸਕਦੇ ਹੋ। ਤਾਂ ਬਾਬਾ ਜੀ ਕਹਿਣ ਲੱਗੇ ਕਿ ਇੱਕ ਤਾਂ ਸੰਗਤ ਥੋੜੀ ਹੈ ਇੱਥੇ ਤੇ ਇੱਕ ਬਹੁਤ ਜ਼ਿਆਦਾ ਪੈਸੇ ਵਾਲੇ ਨਹੀਂ ਹੈਗੇ, ਵੀ ਜੇ ਗੁਰਦੁਆਰੇ ਦੀ ਉਸਾਰੀ ਤੇ ਉਹ ਧਨ ਦਾ ਖਰਚਾ ਜਿਹੜਾ ਉਹ ਵੀ ਤੁਸੀਂ ਕਰ ਦੋ। ਤਾਂ ਨਵਾਬ ਸਾਹਿਬ ਕਹਿੰਦੇ ਜੀ ਕੋਈ ਗੱਲ ਨਹੀਂ ਜੀ। ਤਾਂ ਉਹਨਾਂ ਨੇ ਜੀ ਫਿਰ ਇਹ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਉਹ ਵੀ ਸੰਤ ਬਾਬਾ ਅਤਰ ਸਿੰਘ ਜੀ ਦੁਆਰਾ 15 ਫਰਵਰੀ 1906 ਨੂੰ ਇਸ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਸੰਤ ਬਾਬਾ ਅਤਰ ਸਿੰਘ ਜੀ ਨੇ ਹੀ ਰੱਖਿਆ ਜੀ। ਔਰ ਇਹਦੀ ਉਸਾਰੀ ਤੇ ਜਿੰਨਾ ਵੀ ਰੁਪਈਆ ਖਰਚ ਹੋਇਆ ਉਹ ਸਾਰਾ ਨਵਾਬ ਅਹਿਮਦ ਅਲੀ ਖਾਨ ਨੇ ਦਿੱਤਾ। ਤਾਂ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ 27 ਬਿੱਘੇ ਜ਼ਮੀਨ ਪਲੱਸ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ A to Z ਖਰਚਾ ਜੀ ਉਹ ਸਾਰਾ ਨਵਾਬ ਮਲੇਰਕੋਟਲੇ ਨੇ ਕੀਤਾ ਜੀ। ਤਾਂ ਇਹ ਮਤਲਬ ਦੱਸਣ ਵਾਲੀ ਗੱਲ ਨਹੀਂ ਹੈ ਕੋਈ ਏਡੀ ਵੱਡੀ, ਮਤਲਬ ਇਹ ਅਗਰ ਆਪਾਂ ਸਿੱਖ ਮੁਸਲਮਾਨ ਭਾਈਚਾਰਕ ਸਾਂਝ ਦੀ ਗੱਲ ਕਰੀਏ, ਨੇੜਤਾ ਦੀ ਗੱਲ ਕਰੀਏ, ਤਾਂ ਇਹ ਗੱਲ ਕਾਫੀ ਵੱਡੀ ਹੈ। ਬਿਲਕੁਲ, ਬਹੁਤ ਵੱਡੀ ਗੱਲ ਹੋਈ, ਵੱਡੀ ਗੱਲ ਹੈ ਇਹ। ਤੇ ਉਹ ਵੀ ਅੱਜ ਕੱਲ੍ਹ ਦੀਆਂ ਫਿਰਕੂ ਹਵਾਵਾਂ ਦੇ ਵਿੱਚ ਇੰਨੀਆਂ ਫਿਰਕੂ ਅੱਜ ਕੱਲ੍ਹ ਤਾਂ ਭਾਈਚਾਰਕ ਸਾਂਝ ਨੂੰ ਨੇੜੇ ਲਿਆਉਣ ਦੀ, ਭਾਈਆਂ ਨੂੰ ਨੇੜੇ ਲਿਆਉਣ ਦੀ ਜ਼ਰੂਰਤ ਹੈ ਜੀ। ਜਦ ਕਿ ਚਾਰੋਂ ਪਾਸਿਓਂ ਜਿਹੜੀਆਂ ਨੇ ਉਹ ਫਿਰਕਾ ਪ੍ਰਸਤੀ ਦੀਆਂ ਗੱਲਾਂ ਚੱਲਦੀਆਂ ਨੇ। ਇਸ ਕਰਕੇ ਫਿਰ ਇਹ ਅੱਜ ਦੇ ਦੌਰ ਦੇ ਵਿੱਚ ਨਵੀਂ ਜਨਰੇਸ਼ਨ ਨੂੰ ਇਹ ਦੱਸਣਾ ਦਿਖਾਉਣਾ ਬਹੁਤ ਵੱਡੀ ਗੱਲ ਹੈ ਜੀ। ਤੇ ਇਹਦੇ ਨਾਲ ਮੈਂ ਤੁਹਾਨੂੰ ਦੱਸਦਾ, ਇਸ ਤੋਂ ਬਾਅਦ ਲੈ ਕੇ ਚੱਲਾਂਗਾ ਤੁਹਾਨੂੰ ਮੈਂ ਮਲੇਰਕੋਟਲੇ ਦੇ 5 ਗੁਰਦੁਆਰੇ। ਇਹ ਪਹਿਲਾ ਗੁਰਦੁਆਰਾ ਹੈ ਮਲੇਰਕੋਟਲੇ। ਇਸ ਤੋਂ ਪਹਿਲਾਂ 1905 ਤੋਂ ਪਹਿਲਾਂ 1905 'ਚ ਇਹਨਾਂ ਦੀ ਜ਼ਮੀਨ ਦਿੱਤੀ। 1906 ਨੂੰ 15 ਫਰਵਰੀ ਨੂੰ ਇਹਦਾ ਨੀਂਹ ਪੱਥਰ ਰੱਖਿਆ ਗਿਆ, ਇਹਦੀ ਉਸਾਰੀ ਸ਼ੁਰੂ ਹੋਈ। 1906 ਹੀ ਮੰਨ ਕੇ ਚੱਲ ਲੈਂਦੇ ਹਾਂ ਵੀ 1906 ਦੇ ਵਿੱਚ ਮਲੇਰਕੋਟਲਾ ਰਿਆਸਤ ਦੇ ਵਿੱਚ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ। ਨਾਂ ਕੀ ਜੀ ਦਾ ਪੂਰਾ? ਸਿੰਘ ਗੁਰਦੁਆਰਾ ਸਿੰਘ ਸਭਾ ਸਾਹਿਬ ਜੀ।
ਗੁਰਦੁਆਰਾ ਸਿੰਘ ਸਭਾ ਸਾਹਿਬ ਉਦੋਂ ਦਾ ਹੀ ਇਹੀ ਨਾਮ ਚੱਲਿਆ ਆ ਰਿਹਾ ਹੈ ਜੀ ਤੇ ਹੁਣ ਤਾਂ ਬਾਕਾਇਦਾ ਇਹਦੀ ਕਮੇਟੀ ਇਹਨੂੰ ਚਲਾਉਂਦੀ ਹੈ। ਇਹ ਸ਼ਾਇਦ SGPC ਦੇ ਅੰਡਰ ਹੈ ਗੁਰਦੁਆਰਾ ਜੀ। ਤੇ ਇਹਦੀ ਬਿਲਡਿੰਗ ਉਹੀ ਪੁਰਾਣੀ ਮਤਲਬ ਬਿਲਡਿੰਗ, ਜੋ ਬਿਲਡਿੰਗ ਇਹਦੀ ਹੈਗੀ ਆ, ਮਤਲਬ ਇਮਾਰਤ ਸਾਜੀ, ਉਹ ਸਾਰੀ ਪੁਰਾਣੀ ਹੈ। ਉਹ ਸਾਰੀ ਪੁਰਾਣੀ ਹੈ ਜੀ। ਉੱਪਰਲੇ ਪਾਸੇ ਆ ਪਰਦਿਆਂ ਦਾ ਡਿਜ਼ਾਈਨ ਹੈ, ਕਿਉਂਕਿ ਬਾਅਦ ਚ ਬਣਾਏ ਗਏ ਇਹ ਸੀ। ਸੰਗਮਰਮਰ ਜਾਂ ਟਾਇਲ ਬਾਅਦ ਚ ਲੱਗੀ ਇਹ ਹੈ। ਬਾਅਦ ਚ ਲੱਗੀ ਹੈ, ਪਰਦੇ ਬਾਅਦ ਚ ਬਣਾਏ ਗਏ ਨੇ। ਆ ਨੀਚੇ ਵਾਲੀ ਜਿੰਨੀ ਵੀ ਬਿਲਡਿੰਗ ਹੈ ਇਹ ਡਿਜ਼ਾਈਨ ਚ ਬਣਾਈ ਗਈ ਹੈ ਗੋਲ ਆਕਾਰ ਚ ਨਾ। ਨਵਾਬ ਸਾਹਿਬ ਨੇ ਮਤਲਬ ਕੋਈ ਇਹ ਨਹੀਂ ਦੇਖਿਆ ਕਿ ਬਿਲਡਿੰਗ ਐਵੇਂ ਸਿੱਧੀ ਪੱਧਰੀ ਬਣਾ ਕੇ ਦੇ ਦਿਓ। ਅਗਰ ਉਹਨਾਂ ਨੂੰ ਸੇਵਾ ਲਾਈ ਗਈ ਤਾਂ ਉਹਨਾਂ ਨੇ ਬਹੁਤ ਵਧੀਆ ਬਿਲਡਿੰਗ ਉਸ ਜ਼ਮਾਨੇ ਦੇ ਡਿਜ਼ਾਈਨ ਮੁਤਾਬਕ ਬਣਾ ਕੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣਾ ਕੇ ਦਿੱਤੀ। ਸਹੀ ਆ। ਤੇ ਇਸ ਤੋਂ ਬਾਅਦ ਮੇਰਾ ਦੱਸਣ ਦਾ ਮਤਲਬ ਇਹ ਹੈ ਕਿ ਹੁਣ ਮੈਂ ਅੱਜ ਤੁਹਾਨੂੰ 5 ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਨੇ ਰਿਆਸਤ ਮਲੇਰਕੋਟਲਾ ਦੇ ਜੀ। ਉਹ ਪੰਜੋ ਗੁਰਦੁਆਰਿਆਂ ਦਾ ਜਿਹੜਾ ਕੰਸਰਨ ਹੈ ਉਹ ਮਲੇਰਕੋਟਲੇ ਦੇ ਨਵਾਬਾਂ ਨਾਲ ਹੈ ਜੀ। 2 ਗੁਰਦੁਆਰੇ ਦਾ ਸਿੱਧੇ ਜਿਹੜੀ ਜ਼ਮੀਨ ਜਿਹੜੀ ਹੈ ਉਹ ਨਵਾਬਾਂ ਨੇ ਆਪਣੇ ਹੱਥਾਂ ਨਾਲ ਗੁਰਦੁਆਰਾ, ਇੱਕ ਗੁਰਦੁਆਰਾ ਇਹ ਜੀ ਤੇ ਇੱਕ ਗੁਰਦੁਆਰਾ ਹਾ ਦਾ ਨਾਰਾ, ਜੀ। ਉਹ ਗੁਰਦੁਆਰੇ ਦੀ ਜ਼ਮੀਨ ਵੀ ਨਵਾਬ ਸਾਹਿਬ ਨੇ ਦਿੱਤੀ। 3 ਗੁਰਦੁਆਰੇ ਇਸ ਤਰ੍ਹਾਂ ਦੇ ਨੇ ਜਿਹੜੇ ਨਵਾਬਾਂ ਦੀਆਂ ਹਵੇਲੀਆਂ ਜਿੱਥੇ ਸੀਗੀਆਂ, ਨਵਾਬਾਂ ਦੀ ਰਿਹਾਇਸ਼ ਸੀਗੀ, ਉਹਨਾਂ ਹਵੇਲੀਆਂ ਦੇ ਵਿੱਚ ਬਣੇ ਜੀ। ਜਿੱਥੇ ਪਹਿਲਾਂ ਨਵਾਬ ਸਾਹਿਬ ਰਹਿੰਦੇ ਸੀਗੇ ਉਹ ਬਹੁਤ ਵੱਡੀਆਂ ਵੱਡੀਆਂ ਸ਼ਾਹੀ ਹਵੇਲੀਆਂ ਸੀਗੀਆਂ। ਉਹਨਾਂ ਹਵੇਲੀਆਂ ਦੇ ਵਿੱਚ ਉਹ 3 ਗੁਰਦੁਆਰਾ ਸਾਹਿਬ ਦੀਆਂ ਸਥਾਪਨਾ ਹੋਈਆਂ ਨੇ, ਉਹ ਦਿਖਾਵਾਂਗਾ ਤੁਹਾਨੂੰ ਜੀ। ਤੇ ਅੱਜ ਮੈਂ ਤੁਹਾਨੂੰ 5 ਗੁਰਦੁਆਰਾ ਸਾਹਿਬ ਮਲੇਰਕੋਟਲੇ ਦੇ ਉਹਨਾਂ ਦੇ ਦਰਸ਼ਨ ਕਰਾਉਣ ਵਾਸਤੇ ਇਹ ਵਿਸ਼ਾ ਜਿਹੜਾ ਮੈਨੇ ਉਹ ਚੁਣਿਆ। ਬਹੁਤ ਚੰਗੀ ਗੱਲ ਆ। ਮੇਰੇ ਖਿਆਲ 'ਚ ਬਹੁਤ ਸਾਰੇ ਦਰਸ਼ਕਾਂ ਦੇ ਮਨ 'ਚ ਸਵਾਲ ਸੀਗੇ ਵੀ ਮਲੇਰਕੋਟਲੇ ਦੇ ਵਿੱਚ ਕਿਸ ਕਿਸਮ ਦੇ ਨਾਲ ਸਿੱਖ ਰਹੇ, ਚੰਗੇ ਮਾੜੇ ਦੌਰ ਵੀ ਲੰਘੇ, ਪਰ ਫਿਰ ਵੀ ਇੱਕ ਚੜ੍ਹਦੀ ਕਲਾ ਬਣੀ ਰਹੀ, ਭਾਈਚਾਰਕ ਸਾਂਝ ਬਣੀ ਰਹੀ ਹੈ। ਵੱਡੀ ਸੀ ਗੱਲ। ਨਾ ਤਾਂ ਕਦੇ ਇੱਥੇ ਮੁਸਲਮਾਨ ਭਾਈਚਾਰੇ ਨੂੰ ਨੁਕਸਾਨ ਹੋਇਆ ਤੇ ਨਾ ਸਿੱਖ ਭਾਈਚਾਰੇ ਦਾ ਹੋਇਆ। ਤੇ ਧਾਰਮਿਕ ਸਥਾਨ 5 ਸਥਾਨ ਨੇ ਨਾ ਵੱਡੇ ਗੁਰਦੁਆਰਾ ਸਾਹਿਬ ਤੋਂ ਵੀ ਬਾਖੂਬੀ ਵਧੀਆ ਚੱਲਦੇ ਨੇ ਤੇ ਮਸਜਿਦਾਂ ਵੀ ਹੈਗੀਆਂ ਨੇ। ਬਿਲਕੁਲ। ਮੈਂ ਦੱਸਦੇ ਆ ਵੀ ਪੁਰਾਣੀ ਬਿਲਡਿੰਗ ਬਣੀ ਹੋਈ ਹੈ ਜਿਹਦੇ ਅੰਦਰ ਇੱਟ ਕਿਹੜੀ ਛੋਟੀ ਇੱਟ ਵਰਤੀ ਗਈ ਸੀ। ਛੋਟੀ ਇੱਟ ਵਰਤੀ ਉਸ ਟਾਈਮ ਤਾਂ ਵੱਡੀ ਇੱਟ ਚੱਲ ਪਈ ਸੀ ਜੀ। ਚੱਲ ਪਈ ਸੀ 1905-6 ਦੇ ਵਿੱਚ ਤਾਂ ਵੱਡੀ ਇੱਟ ਚੱਲ ਪਈ ਸੀ। ਹੋ ਸਕਦਾ ਵੱਡੀ ਇੱਟ ਦਾ ਬਣਿਆ ਹੋਵੇ। ਵੱਡੀ ਇੱਟ ਲੱਗੀ, ਵੱਡੀ ਇੱਟ ਲੱਗੀ ਹੋਈ ਆ। ਉਸ ਟਾਈਮ ਚੱਲ ਪਈ ਸੀ। ਉਸ ਤੋਂ ਪਹਿਲਾਂ ਵਾਲੇ ਦੌਰ 'ਚ ਛੋਟੀ ਇੱਟ ਚੱਲਦੀ ਸੀਗੀ ਜੀ। ਤੇ ਜਦੋਂ ਇਹ ਗੁਰਦੁਆਰਾ ਸਾਹਿਬ ਦੀ ਉਸਾਰੀ ਹੋਈ ਹੈ ਵੱਡੀ ਇੱਟ ਆ ਗਈ ਸੀ ਉਦੋਂ ਜੀ। ਤੇ ਦੱਸਣ ਦਾ ਭਾਵ ਇਹ ਹੈ ਕਿ 5 ਦੇ 5 ਗੁਰਦੁਆਰਿਆਂ ਦਾ ਸਿੱਧਾ ਜਿਹੜਾ ਸੰਬੰਧ ਹੈ ਉਹ ਮਲੇਰਕੋਟਲੇ ਦੇ ਨਵਾਬਾਂ ਦੀਆਂ ਬਿਲਡਿੰਗਾਂ ਨਾਲ, ਨਵਾਬਾਂ ਦੇ ਨਾਲ ਸਿੱਧਾ ਸੰਬੰਧ ਰੱਖਦੇ ਆ। ਬਿਲਕੁਲ ਜੀ। ਤੇ ਹੁਣ ਆਪਾਂ ਫਿਰ ਅਗਲਾ ਸਫ਼ਰ ਕਰੀਏ ਜੀ। ਉੱਧਰ ਸੇਵਾਦਾਰ ਨੇ ਜੀ ਇੱਥੇ ਜੀ, ਸੇਵਾ ਕਰਦੇ। ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਵੀ ਆਪਾਂ ਨੂੰ ਇਹਨਾਂ ਨੇ ਬਗੈਰ ਚਾਹ ਪਿਲਾਏ ਜਾਣ ਨਹੀਂ ਦੇਣਾ। ਠੀਕ ਆ। ਤੇ ਅਸੀਂ ਸਿਰ ਮੱਥੇ ਇਹੀ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ ਨੇ, ਆਪਸੀ ਭਾਈਚਾਰਕ ਸਾਂਝ ਦੀਆਂ। ਇਹਨਾਂ ਨੇ ਸਾਨੂੰ ਚਾਹ ਦੀ ਦਾਵਤ ਦਿੱਤੀ ਹੈ, ਅਸੀਂ ਜਾਣ ਤੋਂ ਪਹਿਲਾਂ ਚਾਹ ਜ਼ਰੂਰ ਪੀ ਕੇ ਜਾਵਾਂਗੇ। ਲਾਜ਼ਮੀ। ਸਰ ਜੀ, ਚਲਦਿਆਂ ਹੁਣ ਆਪਾਂ ਪਹੁੰਚ ਗਏ ਆ ਖੂਬਸੂਰਤ ਦਰਵਾਜ਼ੇ ਕੋਲੇ ਜੀ। ਇਹ ਕਿਹੜੀ ਥਾਂ ਵਾ? ਇਹ ਜਿਹੜੀ ਆਪਣੇ ਗੁਰਦੁਆਰਿਆਂ ਵਾਲੇ ਸੀਰੀਅਲ ਸ਼ੁਰੂ ਕੀਤੀ ਹੈ ਉਸ ਦੇ ਦੂਜੇ ਭਾਗ 'ਚ ਆ ਗਏ ਆਪਾਂ ਜੀ। ਪਹਿਲੇ ਭਾਗ 'ਚ ਆਪਾਂ ਗੁਰਦੁਆਰਾ ਸਿੰਘ ਸਭਾ ਸਾਹਿਬ ਦਿਖਾ ਚੁੱਕੇ। ਦੂਜਾ ਇਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਹੈ ਜੀ। ਨਾਨਕ ਦਰਬਾਰ ਸਾਹਿਬ, ਠੀਕ ਆ ਜੀ। ਇਹ ਅੱਜ ਜਿਹੜਾ ਗੁਰਦੁਆਰਾ ਦਿਖ ਰਿਹਾ ਹੈ ਇਹ ਸਨ 1947 ਤੋਂ ਪਹਿਲਾਂ ਨਵਾਬ ਅਹਿਸਾਨ ਅਲੀ ਖਾਨ ਦੀ ਹਵੇਲੀ ਸੀਗੀ। ਨਵਾਬ ਅਹਿਸਾਨ ਅਲੀ ਖਾਨ ਕੌਣ ਨੇ? ਇਹ ਰਿਆਸਤ ਮਲੇਰਕੋਟਲਾ ਦੇ 12ਵੇਂ ਨਵਾਬ ਹੋਏ ਨੇ, ਨਵਾਬ ਬਹਾਦਰ ਖਾਨ ਜੀ। ਇਹ ਉਹਨਾਂ ਦੇ ਪੋਤੇ ਸੀਗੇ ਜੀ, ਨਵਾਬ ਬਹਾਦਰ ਖਾਨ ਦੇ ਜੀ। ਤੇ ਇਹਨਾਂ ਦੀ ਇਹ ਬਿਲਡਿੰਗ ਸੀਗੀ। ਇਹ ਬਿਲਡਿੰਗ ਦੇ 2 ਭਾਗ ਸੀਗੇ ਜੀ, ਇੱਕ ਜਨਾਨ ਖਾਨਾ, ਇੱਕ ਮਰਦਾਨ ਖਾਨਾ। ਉਸ ਟਾਈਮ ਨਵਾਬੀ ਬਿਲਡਿੰਗਾਂ ਜਾਂ ਬੜੇ ਸਾਹੂਕਾਰਾਂ ਦੀਆਂ ਜਿਹੜੀਆਂ ਹਵੇਲੀਆਂ ਬਣਦੀਆਂ ਸੀਗੀਆਂ ਉਹਦੇ 'ਚ 2 ਪੋਰਸ਼ਨ ਹੀ ਹੁੰਦੇ ਸੀਗੇ, ਜਨਾਨ ਖਾਨਾ ਤੇ ਮਰਦਾਨ ਖਾਨਾ ਜੀ। ਤੇ ਇਹ ਇਧਰਲੀ ਸਾਈਡ ਦੇ ਵਿੱਚ ਇਹਨਾਂ ਦਾ ਜਿਹੜਾ ਸੀਗਾ ਜੀ ਉਹ ਮਰਦਾਨਾ ਹਿੱਸਾ ਸੀ, ਇਧਰਲੇ ਪਾਸੇ ਜੀ। ਤੇ ਇਹ ਜਿਹੜਾ ਹਿੱਸਾ ਸੀ ਇਹਨਾਂ ਦਾ ਇਹ ਜਨਾਨ ਖਾਨਾ ਸੀਗਾ ਜੀ। ਇੱਥੇ ਉਹਨਾਂ ਦੀਆਂ ਬੇਗਮਾਂ, ਘਰ ਦੀਆਂ ਔਰਤਾਂ। ਜਨਾਨ ਖਾਨਾ ਅਲੱਗ ਬਣਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਉਹਦੇ 'ਚ ਦੂਸਰਾ ਕੋਈ ਮਰਦ ਜਿਹੜਾ ਹੈ ਉਹ ਐਂਟਰ ਨਹੀਂ ਕਰ ਸਕਦਾ। ਘਰ ਦੇ ਮਰਦ ਮੈਂਬਰ ਜਾ ਸਕਦੇ ਨੇ ਜੀ। ਤਾਂ ਇਸ ਕਰਕੇ ਫਿਰ ਨਵਾਬਾਂ ਦੇ ਆ ਵੀ ਬੇਗਮਾਂ ਵੀ ਕਈ 2-2, 3-3, 4-4 ਹੁੰਦੀਆਂ ਸੀਗੀਆਂ ਜੀ ਉਹਨਾਂ। ਇਹ ਫਿਰ ਜਦੋਂ ਸਨ 47 ਦੇ ਵਿੱਚ ਉਹ ਪਾਕਿਸਤਾਨ ਚਲੇ ਗਏ ਜੀ। ਪਾਕਿਸਤਾਨ ਜਾਣ ਤੋਂ ਬਾਅਦ ਇਹ ਜਿਹੜੀ ਬਿਲਡਿੰਗ ਸੀਗੀ ਇਹ ਖਾਲੀ ਹੋ ਗਈ ਜੀ। ਤਾਂ ਇਹ ਕਸਟੋਡੀਅਮ ਦੇ ਅੰਡਰ ਆ ਗਈ
ਤੇ ਸੋਡੀਅਮ ਨੇ ਕਬਜ਼ਾ ਕਰ ਲਿਆ ਇਹਦੇ ਤੇ ਜੀ ਸਰਕਾਰ ਦੇ ਅੰਡਰ ਆ ਗਈ ਜੀ। ਫਿਰ ਪਾਕਿਸਤਾਨ ਚੋਂ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਹਿਜਰਤ ਕਰਕੇ ਸਿੱਖ ਭਰਾ ਆਏ ਸੀਗੇ, ਉਹ ਸਿੰਧ ਦੇ ਇਲਾਕੇ 'ਚੋਂ ਜਿਹੜੇ ਆਏ ਸੀਗੇ, ਉਹ 15-20 ਪਰਿਵਾਰਾਂ ਨੂੰ ਸਰਕਾਰ ਨੇ ਇਹ ਜਗ੍ਹਾ ਅਲਾਟ ਕਰਤੀ। ਮਤਲਬ ਜਿਹੜਾ ਖੂਬਸੂਰਤ ਗੇਟ ਦੇ ਅੰਦਰ ਵੀ ਜੋ ਪਰਿਵਾਰ ਵਸਦੇ ਨੇ, ਹਾਂਜੀ, ਗੁਰਦੁਆਰਾ ਸਾਹਿਬਾਨ ਬਣਾਉਣ ਲਈ ਜਾਂ ਕਹਿ ਸਕਦੇ ਹੋ ਇੱਥੇ ਆ ਗਏ, ਇੱਥੇ ਉਹ ਉਹਨਾਂ ਨੂੰ ਇਹ ਜਗ੍ਹਾ ਦੇਤੀ ਜੀ। ਇਹ ਹਵੇਲੀ ਜਿਹੜੀ ਹੈ ਜੀ ਇਹ ਉਹਨਾਂ ਨੂੰ ਦੇਤੀ ਕਿ ਤੁਸੀਂ ਇੱਥੇ ਰਹੋ। ਉਹਨਾਂ ਨੇ ਇੱਥੇ ਆਪਣੀ ਵਸੋਂ ਕਰ ਲਈ, ਰਿਹਾਇਸ਼ ਕਰ ਲਈ। ਸਨ 1951 ਦੇ ਵਿੱਚ ਫਿਰ ਉਹਨਾਂ ਨੇ ਅੰਦਰ ਜਿਹੜਾ ਵਿਹੜਾ ਸੀਗਾ, ਆਲੇ ਦੁਆਲੇ ਦਾ ਕਮਰੇ ਸੀਗੇ, ਡਬਲ ਸਟੋਰੀ ਬਿਲਡਿੰਗ ਸੀ ਜੀ, ਔਰ ਗੱਬੇ ਵਿਹੜੇ 'ਚ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾ ਲਿਆ ਜੀ, ਜੋ ਇਹਦੇ ਅੰਦਰ ਹੈਗਾ ਜੀ। ਤੇ ਉਹ 1951 'ਚ ਗੁਰਦੁਆਰਾ ਸਾਹਿਬ ਬਣਾਇਆ ਹੋਇਆ, ਤੇ ਆ ਹੁਣ ਕੁਝ ਸਾਲ ਪਹਿਲਾਂ ਉਹਨਾਂ ਨੇ ਉਹਦੀ ਜਗ੍ਹਾ ਉਸ ਥਾਂ ਤੇ ਨਵਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਤੀ। ਮੇਰਾ ਦੱਸਣ ਦਾ ਭਾਵ ਇਹ ਹੈ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਵੀ ਰਿਆਸਤ ਦੀ ਹਵੇਲੀ ਦੇ ਵਿੱਚ ਹੀ ਬਣਿਆ ਹੋਇਆ ਜੀ। ਮੈਂ ਤੁਹਾਨੂੰ ਅੱਜ 5 ਗੁਰਦੁਆਰਾ ਸਾਹਿਬਾਨ 'ਚ ਲੈ ਕੇ ਜਾਵਾਂਗਾ ਜੀ। 5 ਗੁਰਦੁਆਰੇ ਜਿਹੜੇ ਨੇ ਉਹ 2 ਤਾਂ ਸਿੱਧੇ ਨਵਾਬਾਂ ਨਾਲ ਤਾਲੁਕ ਇਸ ਤਰ੍ਹਾਂ ਹੈ ਕਿ ਉਹ ਜ਼ਮੀਨ ਵੀ ਨਵਾਬਾਂ ਨੇ ਦਿੱਤੀ ਹੈ ਜੀ, ਔਰ ਗੁਰਦੁਆਰਾ ਸਿੰਘ ਸਭਾ ਸਾਹਿਬ ਮੈਂ ਜਿਸ ਤਰ੍ਹਾਂ ਦੱਸਿਆ ਤੁਹਾਨੂੰ, ਉਹ ਤਾਂ ਬਣਵਾ ਕੇ ਵੀ ਨਵਾਬ ਸਾਹਿਬ ਨੇ ਦਿੱਤਾ ਸੀ ਜੀ। ਤੇ ਇਹ ਜਿਹੜਾ 3 ਗੁਰਦੁਆਰੇ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਨਵਾਬਾਂ ਦੀਆਂ ਹਵੇਲੀਆਂ ਦੇ ਵਿੱਚ ਬਣੇ ਹੋਏ ਨੇ ਜੀ। ਇਹ ਬਹੁਤ ਵੱਡੀ ਆਪਸੀ ਭਾਈਚਾਰਕ ਜਿਹੜੀ ਮੁਸਲਮਾਨ ਸਿੱਖ ਭਾਈਚਾਰੇ ਨੂੰ ਆਪਸ 'ਚ ਜੋੜਦੀ ਹੈ ਜੀ। ਇਦੋਂ ਬੜੀ ਮਿਸਾਲ ਨਹੀਂ ਹੋ, ਬਹੁਤ ਵੱਡੀ ਮਿਸਾਲ ਹੈ, ਬਹੁਤ ਵੱਡੀ ਮਿਸਾਲ ਹੈ। ਔਰ ਉਹ ਮੈਂ ਦੱਸਣਾ ਚਾਹਣਾ ਕਿ 5 ਗੁਰਦੁਆਰਿਆਂ ਦਾ ਸਿੱਧਾ ਤਾਲੁਕ ਰਿਆਸਤ ਦੇ ਨਵਾਬਾਂ ਦੀਆਂ ਬਿਲਡਿੰਗਾਂ ਨਾਲ, ਨਵਾਬਾਂ ਨਾਲ ਹੈ ਉਹ ਜੀ। ਤੇ ਇਹ ਦੂਜਾ ਗੁਰਦੁਆਰਾ ਸਾਹਿਬ ਆਪਾਂ ਦੇਖਣ ਆਏ ਆ, ਇਹ ਅੰਦਰੋਂ ਚੱਲ ਕੇ ਦੇਖ, ਇਹ ਅੰਦਰੋਂ ਵੀ ਵੇਖਦੇ। ਮਾੜਾ ਜਿਹਾ ਸਾਨੂੰ ਨਾ ਆਹ ਐਕਸਪਲੇਨ ਕਰ ਦਿਓ ਜੀ, ਖੂਬਸੂਰਤੀ। ਮੇਰਾ ਨਾ ਮੁੜ ਕੇ ਧਿਆਨ ਇੱਧਰ ਹੀ ਜਾ ਰਿਹਾ, ਜੋ ਆਹ ਕਹਿ ਸਕਦੇ ਆ ਕਿ ਖੂਬਸੂਰਤ ਨਿਕਾਸ਼ੀ ਹੈ ਇਹਦੀ। ਇਹ ਜਿਹੜਾ ਕੰਮ ਕਲਾ ਵਾ, ਇਹ ਜਿਹੜਾ ਕਲਾ ਦਾ ਕੰਮ ਹੁੰਦਾ ਸੀਗਾ ਜੀ, ਇਹ ਉਸ ਦੌਰ ਦੇ ਵਿੱਚ ਨਵਾਬ ਹੀ ਕਰਵਾ ਸਕਦੇ ਸੀਗੇ। ਹਾਂਜੀ ਹਾਂਜੀ। ਇਹ ਕਿਉਂਕਿ ਚੂਨੇ ਦੇ ਵਿੱਚ ਕਢਾਈਆਂ, ਆਲੇ ਦੁਆਲੇ ਮੀਨਾਰਾਂ ਬਣੀਆਂ ਹੋਈਆਂ ਨੇ, ਗੱਬੇ ਗੇਟ ਬਣਿਆ ਹੋਇਆ ਹੈ, 2 ਮੰਜ਼ਿਲਾ ਗੇਟ ਬਣਿਆ ਹੋਇਆ ਹੈ, ਗੇਟਾਂ ਦੇ ਦੋਵੇਂ ਸਾਈਡਾਂ ਦੇ ਵਿੱਚ ਕਮਰੇ ਬਣੇ ਹੋਏ ਨੇ। ਕਮਰਿਆਂ 'ਚ ਰਿਹਾਇਸ਼ ਉਹਨਾਂ ਦਿਨਾਂ 'ਚ ਚੌਂਕੀਦਾਰਾਂ ਦੀ ਹੁੰਦੀ ਸੀ ਜੀ, ਕਿ ਨਵਾਬਾਂ ਦੀ ਜਿਹੜੀ ਹੁੰਦੀ ਸੀ ਉਹ ਸਿਕਿਉਰਿਟੀ ਦਾ ਵੀ ਇੰਤਜ਼ਾਮ ਕਰਨਾ ਪੈਂਦਾ ਸੀਗਾ ਜੀ। ਤੋਂ ਉਹ ਸਿਕਿਉਰਿਟੀ ਵਾਸਤੇ ਇਹ ਗੇਟ ਦੇ ਵਿੱਚ ਹੀ ਸਾਰਾ ਕੁਝ, ਔਰ ਗੇਟ ਦੇ ਅੱਗੇ ਜਿਹੜੀ ਡੈਕੋਰੇਸ਼ਨ ਖੂਬਸੂਰਤੀ, ਇਹ ਨਵਾਬਾਂ ਦੀਆਂ ਬਿਲਡਿੰਗਾਂ ਹਵੇਲੀਆਂ ਤੇ ਹੀ ਹੋ ਸਕਦੀ ਸੀ। ਆਮ ਬੰਦਾ ਤਾਂ ਰੰਗ ਨਹੀਂ ਕਰਾ ਸਕਦਾ, ਆਮ ਬੰਦਾ ਰੰਗ ਨਹੀਂ ਕਰਾ ਸਕਦਾ, ਪੱਕੀ ਹਵੇਲੀ ਨਹੀਂ ਬਣਾ ਸਕਦਾ ਜੀ। ਸਹੀ ਹੈ। ਇਸ ਕਰਕੇ ਫਿਰ ਇਹ ਉਸ ਟਾਈਮ ਦਾ ਕਲਾ ਦਾ ਨਮੂਨਾ ਕਹਿ ਸਕਦੇ ਹੋ ਤੁਸੀਂ। ਇਹ ਮੈਂ ਕਹਿੰਦਾ ਮਰੀਲਕੋਟਲੇ ਵਿੱਚ ਗਿਣਵੀਆਂ ਚੁਣਵੀਆਂ ਥਾਵਾਂ ਹੀ ਬਚੀਆਂ, ਜਿਨ੍ਹਾਂ ਦੇ ਵਿੱਚੋਂ ਇੱਕ ਇਹ ਆ। ਗੁੱਪੀਆ ਨੇੜੇ ਦਿਖਾ ਦਿਓ ਵੀ ਆ ਫੁੱਲ ਬੂਟੇ, ਨਿੱਕੀਆਂ ਖਿੜਕੀਆਂ, ਬੇਸ਼ੱਕ ਪਿੱਪਲ ਉੱਗ ਚੁੱਕਿਆ, ਹਾਂਜੀ ਹਾਂਜੀ, ਪਰ ਆਪਦੀ ਖੂਬਸੂਰਤੀ ਨੂੰ ਬਰਕਰਾਰ ਰੱਖਿਆ। ਜਿਹੜਾ ਕੰਮ ਹੋਇਆ ਜੀ, ਹੱਥੀਂ ਕੰਮ ਹੋਏ ਨੇ। ਆ ਜਿਹੜਾ ਆਹ ਚੀਜ਼ ਗੁਲਾਈ ਚ ਹਾਸ਼ੀਆ ਫੁੱਲ ਬਣੇ ਹੋਏ ਨੇ, ਉਹ ਗਰਦਨੇ 'ਚ ਫੁੱਲ ਬਣੇ ਹੋਏ ਨੇ, ਅੱਗੇ ਆ ਜਾਲੀਆਂ ਜੀ। ਇਹੋ ਜਿਹਾ ਕੰਮ ਜਿਹੜਾ ਹੈ ਅੱਜ ਕੰਪਿਊਟਰ ਯੁੱਗ ਆ ਗਿਆ, ਮਗਰ ਇਹ ਕੰਮ ਨਹੀਂ ਹੋਇਆ, ਇਹ ਨਹੀਂ ਹੋ ਰਿਹਾ। ਸਾਧਨ ਕਿੰਨੇ, ਕਟਰ ਕਿੰਨੇ ਆ ਗਏ, ਇਹ ਉਸ ਟਾਈਮ ਹੱਥੀਂ ਹੋਇਆ ਕੰਮ ਹੈ। ਦੇਖੋ ਇਹ ਗਾਰੇ ਦੇ ਨਾਲ ਚਣਾਈ ਆ, ਨਿੱਕੀ ਇੱਟ ਲੱਗੀ ਹੋਈ ਆ। ਦਰਸ਼ਕੋ ਦਿਖਾ ਦਈਏ ਤੁਹਾਨੂੰ, ਨਿੱਕੀ ਇੱਟ ਆ, ਪਤਾ ਨਹੀਂ ਕਿੰਨੇ, ਮੈਂ ਕਹਿੰਦਾ ਭੱਠੇ ਦੇ ਲੇਬਰ ਹੀ ਬਹੁਤ ਲਾਈ ਹੋਣੀ ਉਹਨਾਂ ਨੇ। ਉਸ ਟਾਈਮ ਬਣਦੀ ਇਹ ਸੀ, ਆਪਣੇ ਭੱਠਿਆਂ ਤੇ ਇੱਟ ਬਣਦੀ ਸੀਗੀ ਜੀ। ਹਾਂ, ਨਿੱਕੀਆਂ ਆਪਦੇ ਹੀ ਭੱਠੇ ਲਾਉਂਦੇ ਸੀ ਨਾ ਜੀ। ਹਾਂਜੀ ਬਿਲਕੁਲ। ਤੇ ਕੰਧ 23 ਇੰਚ ਹੈ ਜੀ, ਘੱਟੋ ਘੱਟ 27। ਮਤਲਬ ਆ ਦੇਖੋ ਵੀ ਆ ਚੜਾਈ ਦੇਖ ਸਕਦੇ ਹੋ ਤੁਸੀਂ, ਹਾਂ ਵੀ ਇਸ ਕੰਧਾਂ ਦੀ ਚੜਾਈ ਕਿੰਨੀ ਹੈ, 2.5 ਫੁੱਟ ਹੈ ਜੀ ਇਹ, ਹਨਾ 2.5 ਫੁੱਟ ਦੇ ਨੇੜੇ ਤੇ ਹੈਗੀ ਆ। ਤਾਂ ਓਵਰਆਲ ਸ਼ੁਰੂ ਕਿੰਨੇ ਥੋੜੇ ਖਲੇਪੜ ਜੇ ਲੈ ਕੇ ਡਿੱਗ ਰਿਹਾ ਹੁਣ ਇਸ ਵਕਤ ਨਾ। ਕਿਹੜੇ ਸੰਨ ਦਾ ਬਣਿਆ ਹੋ ਸਕਦਾ ਜੀ ਇਹ ਗੇਟ? ਇਹ ਗੇਟ ਜਿਹੜਾ ਹੈ ਜੀ, ਇਹ ਤੁਹਾਨੂੰ ਮੈਂ ਦੱਸਾਂ ਅੱਜ ਤੋਂ ਘੱਟੋ ਘੱਟ 150 ਤੋਂ 200 ਸਾਲ ਪਹਿਲਾਂ ਜੀ। 150-200 ਸਾਲ ਪੁਰਾਣਾ ਹੈ ਨਾ। ਤੇ ਮਾੜਾ ਜਿਹਾ ਅੰਦਰੋਂ ਆ ਕੇ ਦਿਖਾ ਦਈਏ, ਗਾਡਰ ਵਗੈਰਾ ਦਾ ਬਾਅਦ ਚ ਪਾਏ ਆ, ਕੁਝ ਲੱਕੜ ਦੀਆਂ ਸਤਵੀਰਾਂ ਬਚੀਆਂ ਪਈਆਂ ਨੇ, ਕੰਧਾਂ ਨੇ, ਬਸ ਇਹ ਇੰਨਾ ਕੁ ਪੁਰਾਣਾ ਬਚਿਆ ਹੈ ਨਾ ਜੀ। ਹਾਂਜੀ ਹਾਂਜੀ। ਇਹ ਨਵਾਬ ਸਾਹਿਬ ਵੇਲੇ ਦੀਆਂ ਨਿਸ਼ਾਨੀਆਂ ਨੇ ਮਰੀਲਕੋਟਲਾ ਰਿਆਸਤ ਦੀਆਂ ਜੀ। ਤੇ ਆਪਾਂ ਗੁਰਦੁਆਰਾ ਸਾਹਿਬ 'ਚ ਚੱਲ ਗਏ ਅੰਦਰ ਨੂੰ। ਹਾਂਜੀ, ਤੇ ਆ ਜਾਓ ਦਰਸ਼ਕੋ, ਗੱਲਬਾਤ ਕਰਦੇ ਆਂ ਅੰਦਰ ਜਾ ਕੇ ਵੀ। ਤੁਰਦੇ ਆਪਾਂ ਆਹ ਥਾਂ ਤੇ ਆ ਗਏ ਆ। ਇਹ ਉਹ ਥਾਵਾਂ ਜਿੱਥੇ ਸਭ ਤੋਂ ਪਹਿਲਾਂ ਆ ਕੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ। ਕਿਉਂ ਜੀ, ਇਦਾਂ ਹੀ ਗੱਲ ਆ ਜੀ? ਜੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਕੇ ਹਟਿਆ ਜੀ ਕਿ ਇਹ ਨਵਾਬ ਅਹਿਸਾਨ ਅਲੀ ਖਾਨ ਦੀ ਬਿਲਡਿੰਗ ਸੀਗੀ ਜੀ, ਔਰ ਨਵਾਬ ਅਹਿਸਾਨ ਅਲੀ ਖਾਨ ਪਾਕਿਸਤਾਨ ਚਲੇ ਗਏ ਸੀਗੇ ਜੀ। ਉਹਨਾਂ ਤੋਂ ਬਾਅਦ ਇਹ ਬਿਲਡਿੰਗ ਸਰਕਾਰ ਦੇ ਕਬਜ਼ੇ 'ਚ ਆ ਗਈ ਜੀ, ਭਾਰਤ ਸਰਕਾਰ ਦੇ ਆਜ਼ਾਦੀ ਤੋਂ ਬਾਅਦ ਜੀ। ਫਿਰ ਜਿਹੜੇ ਪਾਕਿਸਤਾਨ ਤੋਂ
ਹਿਜਰਤ ਕਰਕੇ ਲੋਕ ਸਿੱਖ ਭਾਈਚਾਰੇ ਦੇ ਲੋਕ ਇੱਧਰ ਆਏ ਜੀ। ਮੈਂ ਜਿੱਦਾਂ ਪਹਿਲਾਂ ਦੱਸ ਕੇ ਹਟਿਆ ਕਿ 20-25 ਪਰਿਵਾਰਾਂ ਨੂੰ ਇਹ ਅਲਾਟ ਹੋ ਗਈ ਸੀਗੀ, ਮਗਰ ਮੈਨੂੰ ਹੁਣ ਅੰਦਰ ਆ ਕੇ ਪਤਾ ਚੱਲਿਆ, ਮੈਂ ਇਹਨਾਂ ਦੇ ਇੱਕ ਬੰਦੇ ਨੂੰ ਮਿਲਿਆ ਜੀ ਕਿ ਉਸ ਟਾਈਮ ਘੱਟੋ ਘੱਟ 100 ਪਰਿਵਾਰ ਨੂੰ ਇਹ ਜਗ੍ਹਾ ਅਲਾਟ ਹੋਈ ਸੀਗੀ। ਜੋ ਪਾਕਿਸਤਾਨ ਤੋਂ ਆਇਆ ਸੀ, ਪਾਕਿਸਤਾਨ ਤੋਂ ਜਿਹੜਾ ਪੰਜਾਬੀ 'ਚ ਕਹਿ ਲਈਏ ਉੱਜੜ ਕੇ ਆਇਆ ਸੀਗਾ, ਜਿਹੜਾ ਸਿੰਧ ਦੇ ਇਲਾਕੇ 'ਚ ਰਿਫਿਊਜੀ ਜਿਹੜੇ ਆਏ ਸੀਗੇ, ਉਹਨਾਂ 100 ਪਰਿਵਾਰਾਂ ਨੂੰ ਇਹ ਨਵਾਬ ਸਾਹਿਬ ਵਾਲੀ ਬਿਲਡਿੰਗ ਅਲਾਟ ਹੋ ਗਈ ਸੀਗੀ। ਉਹਨਾਂ ਨੇ ਇਹਦੇ 'ਚ ਆਪਣੀ ਰਿਹਾਇਸ਼ ਸ਼ੁਰੂ ਕਰ ਲਈ ਸੀ ਤੇ 1952 ਦੇ ਵਿੱਚ ਉਹਨਾਂ ਨੇ ਫਿਰ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ। ਇਸ ਥਾਂ ਦੇ ਉੱਤੇ, ਇਸ ਥਾਂ ਅੰਦਰ ਜਾ ਕੇ ਉਹ ਅੰਦਰ ਜਾ ਕੇ ਹੈ। ਉਸ ਤੋਂ ਪਹਿਲਾਂ ਇਹ ਥਾਂ ਕੀ ਸੀਗੀ ਉਹ ਵੀ ਮੈਂ ਦੱਸਦਾ ਥੋੜਾ ਜਿਹਾ ਤੁਹਾਨੂੰ। ਤੇ ਉਹ 1952 ਚ ਸਥਾਪਨਾ ਕੀਤੀ, ਨਹੀਂ ਅੱਗੇ ਤੁਰਾਂਗੇ। ਉਸ ਤੋਂ ਬਾਅਦ ਫਿਰ 1952 ਤੋਂ 1996-97 ਤੱਕ ਗੁਰਦੁਆਰਾ ਸਾਹਿਬ ਉਹੀ ਚੱਲਿਆ ਜੀ। ਉਸ ਤੋਂ ਬਾਅਦ ਫਿਰ ਇਹ ਜਿਹੜਾ ਹੁਣ ਅੱਜ ਨਵੀਂ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਦੀ, ਇਹ ਬਿਲਡਿੰਗ 1996-97 ਦੇ ਵਿੱਚ ਇਹ ਬਿਲਡਿੰਗ ਬਣੀ ਹੈ ਜੀ। ਯਾਨੀ ਕਿ ਲਗਭਗ ਜਿਹੜੀ ਹੈ 40-45 ਸਾਲ ਉਹ ਬਿਲਡਿੰਗ ਚੱਲੀ। ਉਸ ਤੋਂ ਬਾਅਦ ਫਿਰ ਇਹ ਨਵੀਂ ਬਿਲਡਿੰਗ ਬਣੀ ਗੁਰਦੁਆਰਾ ਸਾਹਿਬ ਦੀ। ਪਰ ਇਹ ਪਹਿਲਾਂ ਕੀ ਸੀਗਾ ਇਹ ਮੈਂ ਦੱਸ ਦਿੰਦਾ। ਜਿਸ ਤਰ੍ਹਾਂ ਪਹਿਲਾਂ ਦੱਸ ਕੇ ਹਟਿਆ, ਨਵਾਬ ਅਹਿਮਦ ਅਲੀ ਖਾਨ ਦਾ ਇੱਕ ਜਨਾਨਖਾਨਾ ਸੀ, ਇੱਕ ਮਰਦਾਨਖਾਨਾ ਸੀ। ਇਹ ਜਨਾਨਖਾਨਾ ਸੀ, ਉੱਧਰ ਮਰਦਾਨਾ ਸੀਗਾ। ਉਹ ਇੱਕ ਦੂਸਰੇ ਤੋਂ ਕ੍ਰਾਸ ਕਰਨ ਵਾਸਤੇ ਇਹ ਰਸਤੇ ਸਾਈਂ ਦੀ ਜਾਂਦੇ ਆਉਂਦੇ ਸੀ ਉਹ। ਤੇ ਅਗਰ ਉਹਨਾਂ ਨੇ ਮਰਦਾਨੇ ਚੋਂ ਜਨਾਨੇ ਵਾਲੇ ਪਾਸੇ ਆਉਣਾ ਤਾਂ ਇੱਥੇ ਆਉਂਦੇ ਹੁੰਦੇ ਸੀਗੇ। ਇਹ ਰਸਤਾ ਉਹ ਹੈ, ਅੱਗੇ ਚੱਲ ਕੇ ਆਪਾਂ ਹੁਣ ਦਿਖਾਉਣੇ ਆ ਤੁਹਾਨੂੰ ਜੀ। ਤੇ ਬਹੁਤ ਖੂਬਸੂਰਤ ਇਮਾਰਤ ਆ ਦਰਸ਼ਕੋ। ਇਦਾਂ ਕਹਿ ਸਕਦੇ ਆ ਕਿ 1952 ਦੇ ਵਿੱਚ ਆਹ ਥਾਂ ਮਿਲੀ ਸੀਗੀ ਗੁਰਦੁਆਰਾ ਸਾਹਿਬ ਬਣਾਉਣ ਦੇ ਲਈ। ਇਹ ਸਾਰੀ ਵੈਸੇ ਉਹਨਾਂ ਨੂੰ ਮਿਲੀ ਸੀ, ਗੁਰਦੁਆਰਾ ਦਾ ਉਹਨਾਂ ਨੇ ਆਪਣੀ ਮਰਜ਼ੀ ਬਾਅਦ ਦੇ ਵਿੱਚ ਬਣਾ ਲਿਆ। ਮਤਲਬ ਕਹਿ ਸਕਦੇ ਕਿ ਉਹ ਰਿਫਿਊਜੀ ਸਿੱਖ ਭਾਈਚਾਰੇ ਨੂੰ ਮਿਲੀ ਸੀ। ਹਾਂਜੀ। ਤੇ ਆਹ ਦੇਖੋ ਵੀ ਅੰਦਰਲੇ ਉਸ ਸਮੇਂ ਦੀਆਂ ਚਗਾਠਾਂ, ਸਭ ਕੁਝ ਉਸ ਸਮੇਂ ਦਾ ਜੀ। ਤੇ ਅੰਤਰਿਓ ਆ ਦਰਵਾਜ਼ੇ ਵੀ ਉਸ ਸਮੇਂ ਦੇ ਹੀ ਨੇ ਜੀ। ਪਰ ਕੰਧਾਂ ਨਵੀਆਂ ਹੋਈਆਂ ਨੇ ਕਿਉਂਕਿ ਛੱਤਾਂ ਕੋਈ ਡਿੱਗਣ ਦਾ ਚਾਂਸ ਸੀਗਾ। ਆਹ ਦਰਵਾਜ਼ੇ ਪੁਰਾਣੇ ਨੇ। ਇੱਧਰਲੇ ਪਾਸੇ ਆ ਜਾਓ, ਦਿਖਾ ਦਈਏ ਵੀ ਕੰਧਾਂ ਦੇ ਉੱਤੇ ਮਿੱਟੀ ਇੱਟ ਦਾ ਸਾਈਜ਼ ਜਿੱਥੇ ਵੱਡਾ ਹੋ ਗਿਆ, ਹਾਂਜੀ, ਤੇ ਉੱਤੇ ਮਿੱਟੀ ਦਾ ਲੇਪ ਚੜਿਆ ਹੋਇਆ। ਮਿੱਟੀ ਨਾਲ ਲਿਪੀਆਂ ਹੋਈਆਂ ਕੰਧਾਂ ਨੇ ਸਾਰੀਆਂ। ਆ ਡਾਟਾਂ ਦੇਖੋ ਜੀ। ਹਾਂ, ਆ ਡਾਟਾਂ ਪੁਰਾਣੀਆਂ ਸਾਰੀਆਂ। ਤੇ ਇੱਧਰਲੇ ਪਾਸੇ ਤੁਹਾਨੂੰ ਕਮਾਲ ਦਾ ਦਿਸੂਗਾ ਵਿਊ ਵੀ ਪੁਰਾਣੀ ਇਮਾਰਤ ਰਿਆਸਤ ਵੇਲੇ ਦੀ ਕਹਿ ਸਕਦੇ ਜੀ। ਉਹ ਸਾਹਮਣੇ ਉਹ ਰਿਆਸਤ ਵੇਲੇ ਦੀ ਇਮਾਰਤ ਦਾ ਨਿਸ਼ਾਨ ਬਚੇ ਨੇ। ਹਾਂਜੀ ਸਰ, ਆ ਗਿਆ ਆਪਾਂ ਇਸ ਵਕਤ। ਦੇਖੋ ਆ ਪੌੜੀ ਵੀ ਉਸ ਵੇਲੇ ਦੀ ਹੈ ਜੀ। ਹਾਂ, ਪੌੜੀਆਂ ਵਗੈਰਾ ਸਾਰੀਆਂ ਉਸ ਵੇਲੇ ਦੀਆਂ ਨੇ। ਇਹ ਗੁੱਪੀ ਦਿਖਾ ਦਿਓ ਸਾਰਾ। ਮਤਲਬ ਇਹ ਸਾਰੀ ਰਿਆਸਤ ਵੇਲੇ ਦੀ ਇਮਾਰਤ ਆ। ਤੇ 1952 ਚ ਸਿੱਖ ਭਾਈਚਾਰੇ ਨੂੰ ਮਿਲੀ ਸੀ। ਭਾਈ ਤੁਸੀਂ ਰਹੋ ਕੁਛ 1947 ਚ ਮਿਲੀ ਸੀ। 47 ਚ ਮਿਲੀ ਸੀ। 1947 ਚ ਮਿਲੀ ਸੀ। 1952 ਚ ਤਾਂ ਉਹਨਾਂ ਨੇ ਇਸ ਬਿਲਡਿੰਗ ਦੇ ਵਿੱਚ ਜਦੋਂ ਰਹਿੰਦਿਆਂ ਨੂੰ 5 ਸਾਲ ਹੋ ਗਏ ਤੇ ਤਾਂ ਉਹਨਾਂ ਨੇ ਫਿਰ ਆਪਣੀ ਜ਼ਰੂਰਤ ਨੂੰ ਸਮਝਦੇ ਹੋਇਆਂ ਇਹਦੇ ਚ ਗੁਰਦੁਆਰਾ ਸਾਹਿਬ ਦੀ ਸਥਾਪਨਾ 1952 ਚ ਕਰੀ ਸੀਗੀ। ਬਿਲਕੁਲ। ਔਰ ਜਿਹੜਾ ਪਹਿਲਾ ਗੁਰਦੁਆਰਾ ਉਹਨਾਂ ਨੇ ਬਣਾਇਆ ਸੀਗਾ ਉਹ ਇਹ ਸੀ। ਮਤਲਬ ਸਭ ਤੋਂ ਪਹਿਲਾਂ ਇੱਥੇ ਬਣਾਇਆ ਗਿਆ ਸੀ। ਇਹ ਗੁਰਦੁਆਰਾ ਸਾਹਿਬ ਜੀ ਜਿਹੜਾ 1952 ਚ ਬਣਿਆ ਸੀ, ਉਹਦੀ ਬਿਲਡਿੰਗ ਹੈ ਇਹ। ਹਾਂ ਬਿਲਕੁਲ। ਹੁਣ ਤਾਂ ਉਹ ਵੀ ਉਦੋਂ ਬਾਅਦ ਢਾਹ ਕੇ ਨਵੀਂ ਬਣਾਤੀ ਇਹਨਾਂ ਨੇ, ਪਰ ਥਾਂ ਇਹ ਸੀਗਾ। ਥਾਂ ਇਹ ਸੀਗੀ ਜੀ। ਇਹ ਸਾਰੀ ਥਾਂ ਉਹ ਸੀ। ਹੁਣ ਉਸ ਤੋਂ ਬਾਅਦ ਇਹਨਾਂ ਨੇ ਨਵੀਂ ਬਣਾਤੀ। ਉਹ ਜਿਹੜੇ ਪਰਿਵਾਰ ਇੱਥੇ 100 ਪਰਿਵਾਰ ਰਹਿੰਦਾ ਸੀਗਾ, ਉਹ ਇੱਕ ਇੱਕ ਕਰਕੇ ਇੱਥੋਂ ਜਾਂਦੇ ਰਹੇ, ਫਿਰ ਮਾਈਗ੍ਰੇਟ ਹੋ ਗਏ, ਜਿਵੇਂ ਕਾਰੋਬਾਰ ਨੂੰ ਲੈ ਕੇ, ਜਿਵੇਂ ਉਹਨਾਂ ਦਾ ਕਾਰੋਬਾਰ ਜਿੱਥੇ ਜਿਹੜੇ ਸ਼ਹਿਰ 'ਚ ਸੈੱਟ ਹੋ ਗਿਆ ਉੱਥੇ ਚਲੇ ਗਏ। ਕਿਸੇ ਨੇ ਬਾਹਰ ਨਿਕਲ ਕੇ ਆਪਣੀ ਬਿਲਡਿੰਗ ਬਣਾ ਲਈ। ਮਤਲਬ ਹੁਣ ਇੱਥੇ 5-7 ਪਰਿਵਾਰ ਹੀ ਰਹਿੰਦੇ ਨੇ ਜੀ। ਉਸ ਟਾਈਮ ਦਾ ਜਿਹੜਾ 100 ਪਰਿਵਾਰ ਥਾ, ਉਹ ਇੱਕ ਇੱਕ ਕਰਕੇ ਨਿਕਲਦਾ ਗਿਆ, ਆਪਣੇ ਕਾਰੋਬਾਰ ਸੈੱਟ ਕਰਦੇ ਗਏ, ਨਿਕਲਦੇ ਗਏ। ਬੰਬੇ ਤੱਕ ਬੈਠੇ ਨੇ ਜਿਹੜੇ ਪਰਿਵਾਰ ਇਹਦੇ 'ਚ ਸੀਗੇ। ਗੁਰਦੁਆਰਾ ਸਾਹਿਬ ਦਾ ਨਾਮ ਸੀ ਗੁਰੂ ਨਾਨਕ ਦਰਬਾਰ। ਹਾਂ, ਸ੍ਰੀ ਗੁਰੂ ਨਾਨਕ ਦਰਬਾਰ। ਤੇ ਇੱਧਰ ਦਿਖਾ ਦਈਏ ਸਰ ਆਪਾਂ ਮਾੜਾ ਜਿਹਾ ਵੀ ਆਹ ਦੇਖੋ ਵੀ ਪੁਰਾਣੀਆਂ ਨਿਸ਼ਾਨੀਆਂ। ਦਰਵਾਜ਼ੇ ਪੁਰਾਣੇ ਬਚੇ ਹੋਏ ਨੇ, ਇਸ ਵਕਤ ਖੰਡਰ ਹੋ ਚੁੱਕਿਆ ਸਾਰਾ ਕੁਛ। ਲਓ ਅੰਦਰ ਮੈਂ ਦੱਸਾਂ ਵੀ ਦਰਖਤ ਉੱਗੇ ਹੋਏ ਆ, ਛੱਤਾਂ ਮਤਲਬ ਡਿੱਗਣ ਵਾਲਾ ਕੰਮ ਆ। ਗੁੱਪੀ ਨੇੜੇ ਆ ਕੇ ਦਿਖਾ ਦਿਓ। ਰਿਹਾਇਸ਼ ਨਹੀਂ ਨਾ ਹੈ ਕਿਸੇ ਦੀ, ਰਿਹਾਇਸ਼ ਨਹੀਂ ਇੱਧਰ ਹੈ। ਫਿਲਹਾਲ ਸਮੇਂ ਦੇ ਨਾਲ ਇਹ ਚੀਜ਼ ਬਰਬਾਦ ਹੋ ਚੁੱਕੀ ਹੈ। ਮਤਲਬ ਗੱਲ ਇਹ ਆ ਵੀ ਨਿਸ਼ਾਨੀ ਆ ਉਸ ਸਮੇਂ ਦੀ, ਉਸ ਸਮੇਂ ਦੀਆਂ ਯਾਦਾਂ ਨੂੰ। ਜਦੋਂ ਪਾਕਿਸਤਾਨ ਨੂੰ ਆਏ ਤਾਂ ਇਹ ਚੀਜ਼ ਮੈਂ ਕਹਿੰਦਾ ਵੀ ਮਹਿਲ ਵਰਗੀ ਲੱਗਦੀ ਹੋਣੀ ਹੈ, ਜਿਸ ਜਿਹੜੀ ਅੱਜ ਕੱਲ੍ਹ ਖੰਡਰ ਹੋਈ ਪਈ ਆ। ਦਿਖਾ ਦਿਓ ਨੇੜੇ ਕਰਕੇ ਵੀ ਇੱਧਰੋਂ ਦਰਖਤ ਵੱਡੇ ਵੱਡੇ ਹੋ ਚੁੱਕੇ ਆ। ਦਰਖਤਾਂ ਦੀਆਂ ਦੇਖ ਲਓ ਟਾਹਣੀਆਂ ਛੱਤਾਂ ਪਾੜ ਕੇ ਅੰਦਰ ਆ ਚੁੱਕੀਆਂ ਨੇ ਇਹਦੇ। ਮਤਲਬ ਇਹ ਉਸ ਸਮੇਂ ਦੀ ਆ ਇਹ ਇਮਾਰਤ ਪੁਰਾਣੀ। ਤੇ ਇਹ ਸਾਰੀ ਪੁਰਾਣੀ ਕੋਈ ਬਣੀ ਹੋਈ ਆ, ਇਹ ਜੋ ਰਿਆਸਤ ਦੀ ਬਣਾਈ ਹੋਈ ਇਮਾਰਤ ਆ ਜੀ। ਨਵਾਬ ਅਹਿਸਾਨ ਅਲੀ ਖਾਨ ਦੀ, ਅਹਿਸਾਨ ਅਲੀ ਖਾਨ ਸਾਹਿਬ ਦੀ ਬਣਾਈ ਹੋਈ ਇਮਾਰਤ ਆ ਇਹ। ਇੱਧਰਲੇ ਪਾਸੇ ਪੌੜੀਆਂ ਨੇ, ਇਹ ਵੀ ਬਹੁਤ ਖੂਬਸੂਰਤ ਆ।
ਸੀਗੀਆਂ ਉਸ ਸਮੇਂ ਦੀ ਕਲਾ ਤੋਂ, ਨਮੂਨੇ ਤੋਂ ਪਤਾ ਲੱਗਦਾ ਜੀ ਕਿੰਨੀ ਕਿ ਚੜ੍ਹਦੀ ਕਲਾ ਸੀ ਇਹਨਾਂ ਦੀ, ਹੈ ਨਾ। ਬਿਲਡਿੰਗ ਆਪ ਹੀ ਦੱਸਦੀ ਹੈ ਜੀ ਮੈਂ ਕਿਹੜੇ ਵੇਲੇ ਦੀ ਬਣੀ ਹੋਈਆਂ, ਉਹ ਸਾਰੀ ਬਿਲਡਿੰਗ ਆਪਣੇ ਆਪ ਛੋਟੀ ਇੱਟ ਦੀ ਬਣੀ ਹੋਈ ਹੈ, ਛੋਟੀ ਇੱਟ ਦੀ ਬਣੀ ਹੈ, ਬਿਲਕੁਲ ਜੀ, ਸਾਰੀ ਛੋਟੀ ਇੱਟ ਦੀ ਬਣੀ ਹੈ। ਪੌੜੀਆਂ ਦਾ ਡਿਜ਼ਾਈਨ ਦੇਖ ਲਓ ਤੁਸੀਂ ਜੀ, ਹਰ ਚੀਜ਼, ਉਹ ਪੌੜੀਆਂ ਦੇ ਥੱਲੇ ਵੀ ਜਗ੍ਹਾ ਬਣਾਈ ਹੋਈ ਹੈ, ਉਹ ਵੀ ਇਸਤੇਮਾਲ ਵਾਸਤੇ ਕੰਮ ਲਿੱਤੀ ਹੋਈ ਹੈ ਜਗ੍ਹਾ ਜੀ, ਬਿਲਕੁਲ। ਤੇ ਉਹ ਉੱਪਰਲੇ ਪਾਸੇ ਦੀਵਾਰ ਦਾ ਡਿਜ਼ਾਈਨ, ਪਰਦਿਆਂ ਦਾ ਡਿਜ਼ਾਈਨ ਦੇਖ ਲਓ, ਬਿਲਕੁਲ ਬਿਲਕੁਲ ਦਰਖਤ ਹੋ ਚੁੱਕੇ ਹੁਣ ਤਾਂ ਉਹਦੇ ਵਿੱਚ। ਹਾਂਜੀ, ਜਿਹੜੇ ਹੁਣ ਪਰਿਵਾਰ ਰਹਿੰਦੇ ਨੇ ਜੀ, ਪਹਿਲਾਂ ਮੈਂ ਜਿਸ ਤਰ੍ਹਾਂ ਦੱਸਿਆ ਕਿ ਲਗਭਗ 100 ਪਰਿਵਾਰ ਰਹਿੰਦਾ ਸੀਗਾ, ਹੁਣ 5 6 7 ਪਰਿਵਾਰ ਰਹਿੰਦੇ ਨੇ, ਉਹਨਾਂ ਚੋਂ ਇੱਕ ਇਹਨਾਂ ਦਾ ਪਰਿਵਾਰ ਇਹਨਾਂ। ਅਸੀਂ ਵੀਰੇ ਕੀ ਹਾਲ ਨੇ, ਕੀ ਨਾਂ ਕੀ ਹੈ ਵੀਰੇ? ਸੁਖਦੀਪ ਸਿੰਘ। ਮਤਲਬ ਪਹਿਲੇ ਅੱਜ ਤੁਹਾਡੇ ਪੁਰਖ ਇੱਥੇ ਆਏ, ਹੈ ਨਾ? ਹਾਂ ਇੱਥੋਂ ਤੁਹਾਡੇ ਜੋ ਦੱਸਦੇ ਵੀ ਕਹਿੰਦੇ ਇੱਥੇ ਗੁਰਦੁਆਰਾ ਸਾਹਿਬ ਸੀ, ਪਹਿਲਾਂ ਇੱਧਰ ਗੁਰਦੁਆਰਾ ਸਾਹਿਬ ਹੁੰਦਾ ਸੀ ਜੀ, ਬਾਅਦ ਚ ਨਵੀਂ ਬਿਲਡਿੰਗ ਬਣਾ ਕੇ ਉਧਰ ਸ਼ਿਫਟ ਕਰ ਦਿੱਤੀ। ਉਹ ਕਿਹੜੇ ਸਨ ਚ ਬਣਿਆ ਹੈ ਗੁਰਦੁਆਰਾ ਸਾਹਿਬ ਜੋ ਨਵਾਂ? ਕਿ ਉਹ 95 96 ਤੋਂ ਬਾਅਦ ਹੀ। ਠੀਕ ਆ, 95 96 1952 ਚ ਬਣਿਆ ਸੀਗਾ। 1947 ਚ ਜਗ੍ਹਾ ਮਿਲੀ। 5 ਸਾਲ ਜਦੋਂ ਰਹਿੰਦਿਆਂ ਨੂੰ ਉਰੇ ਹੋ ਗਏ ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਸਾਨੂੰ ਸਾਡਾ ਧਾਰਮਿਕ ਸਥਾਨ ਵੀ ਚਾਹੀਦਾ, ਤਾਂ ਉਹਨਾਂ ਨੇ ਬਿਲਡਿੰਗ ਦੇ, ਕਿਉਂਕਿ ਮਾਲਕ ਹੋ ਚੁੱਕੇ ਸੀਗੇ, ਰਿਹਾਇਸ਼ ਨੂੰ ਦੇਤੀ ਸੀਗੀ ਉਹਨਾਂ ਨੂੰ ਪਤਾ ਕਿ ਆਪਣੀ ਪਾਠ ਪੂਜਾ ਵਾਸਤੇ ਜਿਹੜਾ ਵੀ ਜੀ ਜਗ੍ਹਾ, ਫਿਰ ਉਹਨਾਂ ਨੇ 1952 ਚ ਇੱਥੇ ਤੁਹਾਡੇ ਪੁਰਖਿਆਂ ਨੇ ਇੱਥੇ ਗੁਰਦੁਆਰਾ ਸਾਹਿਬ ਦਾ ਪ੍ਰਕਾਸ਼ ਕੀਤਾ ਜੀ। ਠੀਕ ਹੈ, ਔਰ ਬੜੀ ਅੱਛੀ ਗੱਲ ਹੈ, ਬਹੁਤ ਵਧੀਆ ਗੱਲ ਹੈ। ਮੇਰਾ ਦੱਸਣ ਦਾ ਮਤਲਬ ਇਹ ਹੈ ਕਿ ਇਦੋਂ ਬੜੀ ਸਿੱਖ ਮੁਸਲਮਾਨ ਭਾਈਚਾਰੇ ਦੀ ਮਿਸਾਲ ਨਹੀਂ ਮਿਲ ਸਕਦੀ। ਬਹੁਤ ਵੱਡੀ ਗੱਲ ਹੈ ਕਿ ਇੱਥੇ ਦੇ 3 ਗੁਰਦੁਆਰੇ ਮੈਂ ਅੱਜ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਤਿੰਨੋਂ ਗੁਰਦੁਆਰਾ ਸਾਹਿਬ ਨੇ ਜਿਹੜੇ ਉਹ ਮੁਸਲਮਾਨ ਨਵਾਬਾਂ ਦੀਆਂ ਹਵੇਲੀਆਂ ਦੇ ਵਿੱਚ ਬਣੇ ਹੋਏ ਆ। ਇਸ ਤੋਂ ਬਾਅਦ ਮੈਂ ਲੈ ਕੇ ਜਾਵਾਂਗਾ ਗੁਰਦੁਆਰਾ ਰਾਧਾ ਬਾਈ ਸਾਹਿਬ, ਚੱਲ ਗਏ ਜੀ ਉੱਥੇ ਵੀ, ਹਾਂ ਉੱਥੇ ਲੈ ਕੇ ਜਾਵਾਂਗਾ ਤੁਹਾਨੂੰ। ਉਹ ਗੁਰਦੁਆਰਾ ਵੀ ਨਵਾਬ ਸਾਹਿਬ ਦੀ ਹਵੇਲੀ ਦੇ ਵਿੱਚ ਹੀ ਬਣਿਆ ਹੋਇਆ ਹੈ ਜੀ। ਚੱਲ ਗਏ, ਮਤਲਬ ਇਹ ਵੱਡੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਤੱਕ ਕਿਸੇ ਨੇ ਨਹੀਂ ਦਿਖਾਈਆਂ, ਤੇ ਉਹ ਦਿਖਾਉਣ ਦਾ ਕਾਰਨ ਹੀ ਇਹੀ ਹੈ ਕਿ ਆਪਸੀ ਭਾਈਚਾਰਕ ਸਾਂਝ ਸਾਹਮਣੇ ਆਵੇ, ਤੇ ਇੱਕ ਨਾਲੇ ਫਿਰ ਜਿਹੜੀ ਖੋਜ ਜਿਹਨੂੰ ਕਹਿੰਦੇ ਹੁੰਦੇ ਨੇ ਨਾ, ਉਹ ਖੋਜ ਦਾ ਵਿਸ਼ਾ ਹੈ ਇਹ, ਮੇਰੇ ਵਿਸ਼ੇ 'ਚ ਆਈ ਤਾਂ ਲਾਜ਼ਮੀ ਸਰ। ਹਾਂਜੀ, ਤੇ ਵੀਰ ਜੀ ਧੰਨਵਾਦ ਤੁਹਾਡਾ ਵੀ। ਤੇ ਹੁਣ ਆਪਾਂ ਅਗਲੇ ਗੁਰਦੁਆਰਾ ਸਾਹਿਬ ਵੱਲ ਨੂੰ ਚੱਲ ਗਏ। ਹਾਂ, ਇਹ ਨਵੇਂ ਗੁਰਦੁਆਰਾ ਸਾਹਿਬ ਦੀਆਂ ਝਲਕੀਆਂ ਵਿੱਚ ਉਹ ਆਪਾਂ ਵਿੱਚ ਸਕਰੀਨ ਤੇ ਦਿਖਾ ਦਿਆਂਗੇ। ਤੇ ਹੁਣ ਆਪਾਂ ਅਗਲੇ ਐਪੀਸੋਡ ਵਧਦੇ ਹਾਂ ਗੁਰਦੁਆਰਾ ਸਾਹਿਬ ਵੱਲ। ਆਜੋ। ਤੇ ਦਰਸ਼ਕੋ, ਆਪਾਂ ਖੂਬਸੂਰਤ ਗੇਟ ਪੁਰਾਣਾ ਲੰਘਦੇ ਹੋਏ ਪਹੁੰਚ ਗਏ ਸਰ। ਕਿੱਥੇ ਤੁਸੀਂ ਦੱਸ ਦਿਓ। ਇਹ ਆਪਾਂ ਅੱਜ ਦੇ ਤੀਸਰੇ ਪੜਾਅ ਤੇ ਪਹੁੰਚ ਗਏ ਜੀ, ਗੁਰਦੁਆਰਾ ਸੰਤ ਬਾਬਾ ਰਾਧਾ ਬਾਈ, ਸੰਤ ਮਾਤਾ ਲਿਖਿਆ, ਸੰਤ ਮਾਤਾ ਰਾਧਾ ਬਾਈ ਜੀ। ਤੇ ਇਹ ਗੁਰਦੁਆਰਾ ਜਿਹੜਾ ਹੈ, ਇਸ ਗੁਰਦੁਆਰੇ ਬਾਰੇ ਮੈਂ ਉਹੀ ਕੜੀ ਜਿਹੜੀ ਆਪਣੀ ਚੱਲੀ ਆ ਰਹੀ ਹੈ ਜੀ, ਉਹਦੇ ਬਾਰੇ ਦੱਸਣਾ ਚਾਹਣਾ ਜੀ ਕਿ ਅੱਜ ਤੀਜੇ ਪੜਾਅ ਦੇ ਵਿੱਚ ਆਪਣਾ ਇਹ ਗੁਰਦੁਆਰਾ ਸਾਹਿਬ ਆਇਆ ਜੀ। ਇਹ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਜੀ, ਇਹ ਗੁਰਦੁਆਰਾ ਬਣਨ ਤੋਂ ਪਹਿਲਾਂ ਸਨ 1947 ਤੱਕ ਜੀ, ਇਹ ਨਵਾਬ ਜ਼ੁਲਫਕਾਰ ਅਲੀ ਖਾਨ ਦੀ ਹਵੇਲੀ ਸੀਗੀ ਜੀ। ਇਹ ਹਵੇਲੀ ਸੀ ਇੱਥੇ? ਹਾਂਜੀ। ਇਹ ਜਿੰਨਾ ਵੀ ਤੁਹਾਨੂੰ ਦਿਖ ਰਿਹਾ ਹੈ ਏਰੀਆ, ਅੱਗੇ ਤੱਕ, ਕਾਫੀ ਅੱਗੇ ਤੱਕ ਜੀ, ਉਹ ਮੋੜ ਤੱਕ ਜੀ, ਤੇ ਉਹ ਮੋੜ ਤੋਂ ਫਿਰ ਪਿੱਛੇ ਚਲੇ ਜਾਈਏ, ਮਹੱਲਾ ਲੱਗਦਾ ਜੀ ਪਿੱਛੇ ਜੀ, ਉਸ ਮੁਹੱਲੇ ਤੋਂ ਮੁੜ ਕੇ ਆ ਜਾਈਏ, ਗੇੜਾ ਖਾ ਕੇ ਗਲੀ ਗਲੀ ਆ ਜਾਈਏ ਜੀ, ਇਹ ਸਾਰੀ ਜਿੰਨੀ ਵੀ ਜਗ੍ਹਾ ਦਿਖ ਰਹੀ ਹੈ ਜੀ, ਇਸ ਜਗ੍ਹਾ ਦੇ ਵਿੱਚ ਨਵਾਬ ਜ਼ੁਲਫਕਾਰ ਅਲੀ ਖਾਨ ਸਾਹਿਬ ਦੀ ਹਵੇਲੀ ਸੀਗੀ। ਸਨ 47 ਚ, ਕਿਉਂਕਿ ਉਹ ਵੀ ਪਾਕਿਸਤਾਨ ਚਲੇ ਗਏ ਸੀਗੇ ਜੀ, ਔਰ ਇਹ ਹਵੇਲੀ ਸੁੰਨੀ ਹੋ ਗਈ ਸੀ ਜੀ। ਇਹ ਹਵੇਲੀ ਦੇ ਉੱਪਰ ਵੀ ਜਿੱਦਾਂ ਪਿੱਛੇ ਦੱਸ ਕੇ ਆਏ ਆ ਜੀ, ਸਰਕਾਰ ਦਾ ਕਬਜ਼ਾ ਹੋ ਗਿਆ ਸੀਗਾ ਜੀ। ਫਿਰ 100 ਦੇ ਲਗਭਗ ਪਰਿਵਾਰ ਤਾਂ ਉਸ ਹਵੇਲੀ ਦੇ ਵਿੱਚ ਵਸਾਇਆ, ਜਿੱਥੇ ਆਪਾਂ ਹੁਣ ਜਾ ਕੇ ਆਏ ਆ ਜੀ। ਤੇ ਉਸ ਤੋਂ ਬਾਅਦ ਜਿਹੜੇ ਬਾਕੀ ਪਰਿਵਾਰ ਸੀਗੇ ਜੀ, ਸਿੱਖ ਬਰਾਦਰੀ ਦੇ, ਜਿਹੜੇ ਪਾਕਿਸਤਾਨ ਵਾਲੇ ਪਾਸਿਓਂ ਇੱਧਰ ਆਏ ਸੀਗੇ ਜੀ, ਤੇ ਬਾਕੀ ਦਿਆਂ ਨੂੰ ਇਹ ਹਵੇਲੀ ਦੇ ਦਿੱਤੀ ਗਈ। ਤਾਂ ਇਹ ਹਵੇਲੀ ਦੇ ਵਿੱਚ ਉਹਨਾਂ ਨੇ ਆਪਣੀ ਰਿਹਾਇਸ਼ ਕਰ ਲਈ ਜੀ। ਬਹੁਤ ਦੇਰ ਮੁੱਦਤਾਂ ਇਹਦੇ 'ਚ ਰਹਿੰਦੇ ਰਹੇ ਉਹ ਜੀ। ਅੰਦਰ ਉਹਨਾਂ ਨੇ ਇੱਕ ਛੋਟੇ ਜਿਹੇ ਗੁਰਦੁਆਰੇ ਦੀ ਸਥਾਪਨਾ ਕਰ ਲਈ ਜੀ। ਉਸ ਤੋਂ ਬਾਅਦ ਇਹ ਗੁਰਦੁਆਰਾ ਦਾ ਸਾਡੇ ਦੇਖਦੇ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ, ਇਹ ਤਾਂ ਨਵੀਂ ਬਣੀ ਆ, ਇਹ ਪੂਰੀ ਦੀ ਪੂਰੀ ਹਵੇਲੀ 'ਚ ਉਹਨਾਂ ਨੇ ਵੱਡਾ ਗੁਰਦੁਆਰਾ ਬਣਾਤਾ। ਉਹ ਸਾਰੀ ਹਵੇਲੀ ਢਾਤੀ, ਸਾਰੀ ਹਵੇਲੀ ਢਾਤੀ। ਹੁਣ ਇੱਕ ਇੱਟ ਵੀ ਇਹਦੇ 'ਚ ਪੁਰਾਣੀ ਨਹੀਂ ਦਿਖਣੀ ਕੋਈ, ਉਹ ਸਾਰਾ ਕੁਝ ਢਾ ਕੇ ਉਹਨਾਂ ਨੇ ਇਹ ਨਵਾਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਤੀ। ਔਰ ਦੱਸਣ ਦਾ ਮੇਰਾ ਭਾਵ ਇਹ ਹੈ ਕਿ ਇਹ ਤੀਜੇ ਪੜਾਅ 'ਚ ਜਿਹੜਾ ਆਪਾਂ ਗੁਰਦੁਆਰਾ ਸਾਹਿਬ ਦਿਖਾ ਰਹੇ ਹਾਂ ਜੀ, ਇਹ ਨਵਾਬ ਜ਼ੁਲਫਕਾਰ ਅਲੀ ਖਾਨ ਦੀ ਹਵੇਲੀ ਸੀਗੀ ਇਹ ਜੀ। ਉਸ ਜਗ੍ਹਾ ਮੈਂ ਸੰਬੰਧ ਜੋੜਦਾ ਜਾ ਰਿਹਾ ਤੁਹਾਡੇ ਨਾਲ ਜੀ ਕਿ ਨਵਾਬਾਂ ਦਾ ਸੰਬੰਧ ਜਿਹੜਾ ਹੈ ਜੀ, ਤੇ ਉਹ ਉਹਨਾਂ ਦੀਆਂ ਹਵੇਲੀਆਂ ਗੁਰਦੁਆਰਾ ਸਾਹਿਬ ਦੇ ਕੰਮ ਆ ਰਹੀਆਂ ਨੇ। ਬਿਲਕੁਲ ਜੀ, ਆਪਸ 'ਚ ਇਸ ਤੋਂ ਹੋਰ ਜ਼ਿਆਦਾ ਨੇੜਤਾ ਵਾਲੀ ਗੱਲ ਕੀ ਕਰ ਸਕਦੇ ਹਾਂ। ਬਿਲਕੁਲ ਜੀ, ਆਹ ਗੇਟ ਵੀ ਮੈਨੂੰ ਬਹੁਤ ਸੋਹਣਾ ਲੱਗਿਆ ਜੀ, ਮਾੜੀ ਮੋਟੀ ਜਾਣਕਾਰੀ ਹੈ ਇਹਦੇ ਬਾਰੇ ਜੀ। ਇਹ ਨਵਾਬ ਸਾਹਿਬ ਦੀ ਹਵੇਲੀ ਸੀਗੀ ਜੀ। ਇਹਨਾਂ ਦੇ ਵੱਡੇ ਭਰਾ ਜਿਹੜੇ ਸੀਗੇ
ਜੀ ਇਹ ਉਹਨਾਂ ਦੀ ਹਵੇਲੀ ਸੀਗੀ। ਇਹ ਉਹਨਾਂ ਦੇ ਆਮੋ ਸਾਹਮਣੇ ਹਵੇਲੀ ਆਮੋ ਸਾਹਮਣੇ ਇਧਰਲੀ ਸਾਈਡ ਦੇ ਵਿੱਚ ਇਹਨਾਂ ਦੇ ਸਾਈਡ ਗਲੀ ਦੇ ਵਾਲੇ ਦੂਜੇ ਪਾਸੇ ਜਿਹੜੀ ਸੀਗੀ ਉਹ ਇਹਨਾਂ ਦੇ ਚਾਚਾ ਜੀ ਦੀ ਹਵੇਲੀ ਸੀਗੀ। ਇਧਰਲੇ ਪਾਸੇ ਬਾਕਰ ਅਲੀ ਖਾਨ ਸਾਹਿਬ ਜੀ, ਇੱਧਰ ਉਹਨਾਂ ਦੀ ਸੀ। ਹਾਂਜੀ, ਮਤਲਬ ਇੱਕ ਭਾਈਚਾਰਾ ਹੀ ਸੀ ਇਕੱਠਾ ਇਹ ਨਾ। ਸਾਰੀਆਂ ਹਵੇਲੀਆਂ ਜਿਹੜੀਆਂ ਸ਼ਾਹੀ ਵੰਸ਼ ਦੀਆਂ ਸੀਗੀਆਂ, ਉਹਨਾਂ ਦੇ ਭਾਈ ਭਤੀਜੇ ਪੁੱਤਰ, ਇਹ ਸਾਰੀਆਂ ਹਵੇਲੀਆਂ ਉਹਨਾਂ ਦੀਆਂ ਸੀਗੀਆਂ ਜੀ, ਸ਼ਾਹੀ ਵੰਸ਼ ਦੀਆਂ ਹਵੇਲੀਆਂ ਸੀਗੀਆਂ ਜੀ। ਤਾਂ ਇਹ ਸਾਰੀ ਦੀ ਸਾਰੀ ਹਵੇਲੀ ਜਿੱਥੋਂ ਤੱਕ ਵੀ ਉਹ ਗੁਰਦੁਆਰਾ ਸਾਹਿਬ ਤੱਕ ਇਹ ਸਾਰੀ ਹਵੇਲੀ ਇਸੇ ਵੰਸ਼ ਦੀ ਸੀਗੀ ਜੀ। ਤੇ ਹੁਣ ਇਸ ਤੋਂ ਬਾਅਦ ਆਪਾਂ ਜਿਹੜੇ ਚੱਲਦੇ ਆ ਉਹ ਆ ਗੁਰਦੁਆਰਾ ਹਾਂ ਦਾ ਨਾਰਾ। ਹਾਂ ਦਾ ਨਾਰਾ, ਹਾਂ ਦਾ ਨਾਰਾ, ਹਾਂ ਨਹੀਂ, ਹਾਂ ਇਹ ਕੰਨਾ ਆੜਾ, ਹਾਂ ਜਿਹੜੀ ਅੰਦਰੋਂ ਨਿਕਲਦੀ ਹੈ ਹਾਂ, ਜਿਹਨੂੰ ਆ ਕਹਿੰਦੇ ਆ ਦਰਦ ਵਾਲੀ, ਉਹ ਗੁਰਦੁਆਰਾ ਸਾਹਿਬ ਦੀ ਜਿਹੜੀ ਸਥਾਪਨਾ ਹੋਈ ਉਹਦੀ ਜ਼ਮੀਨ ਵੀ ਨਵਾਬ ਸਾਹਿਬ ਨੇ ਹੀ ਦਿੱਤੀ ਸੀ। ਭਾਵੇਂ ਕਿ ਉਹ ਗੁਰਦੁਆਰਾ ਬਹੁਤ ਲੇਟ ਬਣਿਆ ਜੀ, ਤੇ ਉਹ 1982-83 ਦੇ ਵਿੱਚ ਉਹਦੀ ਸਥਾਪਨਾ ਕੀਤੀ ਗਈ ਹੈ ਜੀ, ਪਰ ਉਹ ਜਿਹੜੀ ਉਹ ਜ਼ਮੀਨ ਹੈ ਉਹ ਮੁਬਾਰਕ ਮੰਜ਼ਰ ਪੈਲਸ ਦੇ ਵਿੱਚੋਂ ਕੱਟ ਕੇ ਨਵਾਬ ਸਾਹਿਬ ਨੇ ਉਹ ਗੁਰਦੁਆਰਾ ਸਾਹਿਬ ਵਾਸਤੇ ਉੱਥੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ ਹੈ। ਉਹ ਵੀ ਨਵਾਬ ਸਾਹਿਬ ਨੇ ਜਗ੍ਹਾ ਦਿੱਤੀ ਸੀ। ਹੁਣ ਉੱਥੇ ਚਲੇ ਗਏ ਫਿਰ? ਹੁਣ ਆਪਾਂ ਉੱਥੇ ਚਲੋ ਆਜੋ ਫਿਰ ਇੱਧਰ ਦੀ ਕੋਈ ਚੱਲਦੇ ਆ ਪੁਰਾਣੇ ਗੇਟ ਵਿੱਚ ਦੀ ਲੰਘਦੇ ਹੋਏ। ਆ ਵੀ ਪੁਰਾਣਾ ਬਹੁਤ ਸੋਹਣੀ ਐ ਟੂਟ ਲੱਗੀ ਹੈ, ਚੰਗਾ ਵਾ ਇਹ ਵੀ ਇੱਕ ਯਾਦਗਾਰ ਪੁਰਾਣੀ ਖੜੀ ਆ। ਆਓ ਚਲੇ ਗਏ ਉੱਧਰ ਨੂੰ। 7ਵੀਂ ਕਿਸ਼ਤ ਦੇ ਵਿੱਚ ਚੌਥੇ ਨੰਬਰ ਤੇ ਗੁਰਦੁਆਰਾ ਸਾਹਿਬ ਆਪਣਾ ਆ ਗਿਆ ਜੀ। ਕੀ ਨਾਂ ਜੀ? ਗੁਰਦੁਆਰਾ ਸ਼ਹੀਦਾਂ। ਗੁਰਦੁਆਰਾ ਸ਼ਹੀਦਾਂ। ਤੇ ਇਹਦਾ ਕੀ ਸੰਬੰਧ ਆ ਮਲੇਰਕੋਟਲਾ ਰਿਆਸਤ ਨਾਲ? ਜੀ, ਜਿਸ ਤਰ੍ਹਾਂ ਮੈਂ ਸ਼ੁਰੂ 'ਚ ਲੈ ਕੇ ਚੱਲਿਆ ਕਿ 5 ਦੇ 5 ਗੁਰਦੁਆਰਿਆਂ ਦੇ ਦਰਸ਼ਨ ਕਰਾਉਣੇ ਨੇ, ਉਹਨਾਂ 'ਚੋਂ ਇਹ ਚੌਥੇ ਨੰਬਰ ਵਾਲਾ ਗੁਰਦੁਆਰਾ ਹੈ ਜੀ। ਔਰ ਇਹਦਾ ਜਿਹੜਾ ਸੰਬੰਧ ਰਿਆਸਤ ਨਾਲ ਹੈ ਕਿ ਇਹ ਰਿਆਸਤ ਦੇ ਸ਼ਾਹੀ ਵੰਸ਼ ਦੇ ਵਿੱਚੋਂ ਜੀ, ਜਿਨ੍ਹਾਂ ਨੂੰ ਆਪਾਂ ਕਹਿ ਦਈਏ ਨਵਾਬ ਸ਼ਾਹੀ ਫੈਮਿਲੀ, ਉਹਨਾਂ 'ਚ ਇੱਕ ਫੈਮਿਲੀ ਹੋਈ ਹੈ ਨੁਸਰਤ ਖਾਨੀ ਫੈਮਿਲੀ ਜੀ। ਨੁਸਰਤ ਖਾਨੀ ਫੈਮਿਲੀ ਦੀ ਇਹ ਹਵੇਲੀ ਸੀਗੀ ਜੀ, ਤੇ ਉਸ ਹਵੇਲੀ ਨੂੰ ਢਾਹ ਕੇ ਉਸ ਦੀ ਜਗ੍ਹਾ ਇਹ ਗੁਰਦੁਆਰਾ ਬਣਾਇਆ ਗਿਆ ਸੀਗਾ। ਤੇ ਬਣਾਇਆ ਕਾਫੀ ਬਾਅਦ 'ਚ ਗਿਆ ਇਹਨੂੰ ਮਤਲਬ ਐ ਵੀ 70-80 ਦੇ ਦਹਾਕੇ 'ਚ ਬਣਿਆ ਇਹ ਜੀ। ਤੇ ਇਹਦਾ ਮਤਲਬ ਮੇਰਾ ਕਹਿਣ ਦਾ ਸੰਬੰਧ ਇਹ ਹੈ ਕਿ ਇਹ ਵੀ ਸ਼ਾਹੀ ਵੰਸ਼ ਦੀ ਹਵੇਲੀ ਵਾਲੀ ਥਾਂ ਤੇ ਬਣਿਆ ਹੋਇਆ ਜੀ। ਇਹ ਨਵਾਂ ਬਣਿਆ ਹੋਇਆ ਹੈ, ਇਸ ਕਰਕੇ ਇਹਦੇ ਅੰਦਰੋਂ ਪੁਰਾਣਾ ਅਸੀਂ ਤੁਹਾਨੂੰ ਕੁਝ ਦਿਖਾ ਨਹੀਂ ਸਕਦੇ ਬਿਲਕੁਲ, ਪਰ ਇਹਦਾ ਜ਼ਿਕਰ ਤੇ ਇਹਦਾ ਇਤਿਹਾਸ ਦੱਸ ਸਕਦੇ ਹਾਂ ਕਿ ਇਹ ਸ਼ਾਹੀ ਵੰਸ਼ ਦੀ ਹਵੇਲੀ ਵਾਲੀ ਥਾਂ ਤੇ ਗੁਰਦੁਆਰਾ ਬਣਿਆ ਹੋਇਆ ਹੈ। ਗੁਰਦੁਆਰਾ ਸ਼ਹੀਦਾਂ ਹਨ। ਤੁਸੀਂ ਇਸ ਤਰ੍ਹਾਂ ਦੀ ਲੁੱਕ ਦੇਖ ਸਕਦੇ ਹੋ ਬਾਹਰਲੇ ਪਾਸੋਂ, ਤੁਹਾਡੀ ਸਕਰੀਨ ਤੇ ਨਜ਼ਰ ਆ ਰਹੀ ਹੋਊਗੀ। ਤਾਂ ਅਗਰ ਇਸ ਤੋਂ ਬਾਅਦ ਆਪਣਾ ਆਖਰ ਤੇ ਗੁਰਦੁਆਰਾ ਹਾਂ ਦਾ ਨਾਰਾ, ਹਾਂ ਦਾ ਨਾਰਾ। ਤੇ ਉੱਧਰ ਨੂੰ ਚੱਲ ਗਏ ਫਿਰ ਆਪਾਂ? ਹਾਂਜੀ, ਚਲੋ ਆਜੋ ਦਰਸ਼ਕੋ, ਫਿਰ ਉੱਧਰ ਚੱਲਦੇ ਹਾਂ। ਆਖਰੀ ਫਿਰ ਉਹ ਹੋ ਜੂਗਾ ਨਾ, 5 ਹੋ ਜਾਣਗੇ ਜੀ। ਦਰਸ਼ਕੋ ਆਪਾਂ ਪਹੁੰਚ ਗਏ ਹਾਂ ਹਾਂ ਦਾ ਨਾਰਾ ਗੁਰਦੁਆਰਾ ਸਾਹਿਬ ਦੇ ਵਿੱਚ। ਉਹ ਆਪਣੇ ਤੁਹਾਡੇ ਮਗਰ ਤੁਹਾਨੂੰ ਸਕਰੀਨ ਤੇ ਦਿਸ ਰਿਹਾ ਹੋਊਗਾ, ਉਹ ਦਿਖਾ ਰਹੇ ਤੇ ਨਾਲ ਇਫਤਿਕਾਰ ਸਾਹਿਬ ਨੇ। ਸਰ, ਇਹ ਵੀ ਇੱਕ ਇਤਿਹਾਸ ਵਜੋਂ ਲਫ਼ਜ਼ ਵੀ ਇਹ ਬਹੁਤ ਮਾਇਨੇ ਰੱਖਦਾ, ਮਹਾਨਤਾ ਰੱਖਦਾ। ਤਾਂ ਗੁਰਦੁਆਰਾ ਸਾਹਿਬ ਤੇ ਮਲੇਰਕੋਟਲਾ ਇਹ ਵੀ ਆਪਸ ਵਿੱਚ ਜੁੜੇ ਹੋਏ ਨੇ, ਤਾਂ ਇਹਦੇ ਬਾਰੇ ਕੀ ਇਤਿਹਾਸ ਆ? ਅੱਜ ਦਾ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਦਾ ਸਫ਼ਰ ਹੈ ਜੀ, ਜਿਹੜੇ 5 ਗੁਰਦੁਆਰਾ ਸਾਹਿਬ ਆਪਾਂ ਨੇ ਇਤਿਹਾਸਕ ਦਿਖਾਉਣੇ ਨੇ ਮਲੇਰਕੋਟਲਾ ਰਿਆਸਤ ਦੇ ਜੀ, ਉਹਨਾਂ ਦੇ ਵਿੱਚ ਇਹ ਆਖਰੀ ਗੁਰਦੁਆਰਾ ਸਾਹਿਬ ਆਪਣਾ ਜੀ। ਪਹਿਲਾਂ 4 ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਜੀ, ਤੇ ਇਹਦਾ ਇਤਿਹਾਸ ਤਾਂ ਦੋ ਪਾਸਿਓਂ ਜੁੜਦਾ ਜੀ ਮਲੇਰਕੋਟਲੇ ਨਾਲ ਜੀ। ਇਹ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਸਰਹੰਦ ਦੇ ਵਿੱਚ ਨੀਹਾਂ 'ਚ ਚਿਣਾ ਦਿੱਤਾ ਗਿਆ ਸੀ ਜੀ, ਉਹਦੇ ਵਾਸਤੇ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਨੇ ਹਾਂ ਦਾ ਨਾਰਾ ਮਾਰਿਆ ਸੀਗਾ ਜੀ, ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਬਣਾਇਆ ਗਿਆ। ਭਾਵੇਂ ਕਿ ਗੁਰਦੁਆਰਾ ਸਾਹਿਬ ਜਿਹੜਾ ਲੇਟ ਬਣਿਆ ਜੀ, ਉਹਨਾਂ ਦੀ ਯਾਦ ਦੇ ਵਿੱਚ ਸਮਰਪਿਤ ਕੀਤਾ ਗਿਆ ਹੈ ਜੀ। ਔਰ ਦੱਸਣ ਵਾਲੀ ਜਿਹੜੀ ਗੱਲ ਅੱਜ ਦਾ ਆਪਾਂ ਟੌਪਿਕ ਲੈ ਕੇ ਚੱਲੇ ਹੋਏ ਹਾਂ ਕਿ ਇਸ ਗੁਰਦੁਆਰਾ ਸਾਹਿਬ ਨੂੰ ਬਣਾਉਣ ਵਾਸਤੇ ਵੀ ਜ਼ਮੀਨ ਮਲੇਰਕੋਟਲੇ ਦੇ ਨਵਾਬ ਨੇ ਹੀ ਦਿੱਤੀ। ਅੱਛਾ ਜੀ। ਅੱਜ ਦਾ ਆਪਣਾ ਟੌਪਿਕ ਇਹੀ ਹੈ, ਆਪਸੀ ਭਾਈਚਾਰਕ ਸਾਂਝ ਜੀ। ਇਹ 1982 ਦੀ ਗੱਲ ਹੈ। ਨਵਾਬ ਆਖਰੀ ਨਵਾਬ ਮਲੇਰਕੋਟਲੇ ਦੇ ਨਵਾਬ ਇਫਤਖਾਰ ਅਲੀ ਖਾਨ ਸਾਹਿਬ ਜੀ, ਉਹਨਾਂ ਨੇ ਇਹ ਜ਼ਮੀਨ ਦਿੱਤੀ ਸੀਗੀ ਜੀ। ਤੇ 1983 ਦੇ ਵਿੱਚ ਇਹ ਗੁਰਦੁਆਰੇ ਦੀ ਸਥਾਪਨਾ ਹੋ ਕੇ ਗੁਰਦੁਆਰਾ ਸਾਹਿਬ ਇਹ ਸ਼ੁਰੂ ਹੋ ਗਿਆ ਸੀਗਾ। ਤੇ ਮਤਲਬ ਕਹਿਣ ਦਾ ਇਹ ਹੈ ਕਿ ਅੱਜ ਦੇ ਜਿਹੜੇ 5 ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਏ ਨੇ ਰਿਆਸਤ ਮਲੇਰਕੋਟਲਾ ਦੇ, ਉਹਨਾਂ 'ਚੋਂ ਇਹ 5ਵਾਂ ਗੁਰਦੁਆਰਾ, ਇਹਦਾ ਵੀ ਸਿੱਧਾ ਸੰਬੰਧ ਰਿਆਸਤ ਮਲੇਰਕੋਟਲਾ ਦੇ ਨਵਾਬਾਂ ਨਾਲ ਹੀ ਹੈ ਜੀ। ਭਾਵੇਂ ਇਹ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਉਸਾਰਿਆ ਗਿਆ ਜੀ, ਤੇ ਇਹ ਸੰਬੰਧ ਆਪਸੀ ਭਾਈਚਾਰਕ ਸਾਂਝ ਦਾ ਹੀ ਹੈ ਜੀ। ਬਿਲਕੁਲ, ਤੇ ਇਹੀ ਮੈਂ ਦੱਸਣਾ ਚਾਹੁੰਦਾ ਜੀ ਅੱਜ। ਮਤਲਬ ਵੱਡੀ ਗੱਲ ਆ ਵੀ ਲਫ਼ਜ਼ 'ਚ ਵੀ ਮਹਾਨਤਾ ਸੀ ਤੇ ਉਦੋਂ ਬਾਅਦ 'ਚੋਂ ਸਾਂਝ ਬਣੀ ਰਹੀ। ਇੱਕ ਮੈਨੂੰ ਇਹ ਦੱਸੋ ਵੀ ਇਹ ਆਈਡੀਆ ਮੇਰਾ ਨਹੀਂ ਸੀ, ਤੁਹਾਡਾ ਆਈਡੀਆ ਸੀ ਵੀ ਆਪਾਂ
ਮਲੇਰਕੋਟਲਾ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਨਵਾਬਾਂ ਦੁਆਰਾ ਜਾਂ ਨਵਾਬਾਂ ਨਾਲ ਸੰਬੰਧਿਤ ਨੇ, ਉਹ ਸਰ ਦਾ ਆਈਡੀਆ ਸੀ ਤੇ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਵੀ ਤੁਸੀਂ ਮੈਨੂੰ ਦੱਸਿਆ ਵੀ ਇਹ ਆਪਾਂ ਇਹ ਬਣਾਈਏ? ਅਸਲ ਕੀ ਹੈ, ਮੈਂ ਪਿਛਲੇ 30 ਸਾਲਾਂ ਤੋਂ ਜੀ ਮਲੇਰਕੋਟਲੇ ਦੇ ਇਤਿਹਾਸ 'ਤੇ ਹੀ ਕੰਮ ਕਰ ਰਿਹਾ ਜੀ। ਤਾਂ ਹੁਣ ਖੋਜ ਕਰਨ ਵਾਲੇ ਬੰਦੇ ਨੂੰ ਕੁਛ ਨਾ ਕੁਛ ਨਵਾਂ ਸੁੱਝਦਾ ਰਹਿੰਦਾ ਹੈ ਜੀ। ਹਾਲਾਂਕਿ ਗੁਰਦੁਆਰੇ ਤਾਂ ਨਵੇਂ ਨਹੀਂ ਹੈ ਜੀ ਗੁਰਦੁਆਰਾ ਸਾਹਿਬ ਤਾਂ ਸਾਰੇ ਪੁਰਾਣੇ ਨੇ ਇਹ ਜੀ ਮਗਰ ਮੇਰੇ ਟੌਪਿਕ ਜ਼ਿਹਨ 'ਚ ਆਇਆ ਅੱਜ ਦੇ ਜ਼ਮਾਨੇ 'ਚ। ਇਹਦੇ 'ਚ ਦੋ ਵਜ੍ਹਾ ਨੇ ਜੀ। ਜੀ ਇੱਕ ਤਾਂ ਇਹ ਜ਼ਮਾਨਾ ਇਹੋ ਜਿਹਾ ਹੈ, ਇਹਦੇ 'ਚ ਆਪਸੀ ਨਫ਼ਰਤਾਂ ਬਹੁਤ ਫੈਲ ਚੁੱਕੀਆਂ ਨੇ ਜੀ ਇੱਕ ਤਾਂ ਇਹ ਟੌਪਿਕ ਮੇਰੇ ਇਸ ਕਰਕੇ ਦਿਮਾਗ 'ਚ ਆਇਆ ਕਿ ਇੱਕ ਦੂਸਰੇ ਦਾ ਪਿਆਰ ਨੇੜਤਾ ਹੋਣੀ ਚਾਹੀਦੀ ਹੈ। ਜਦ ਸਾਡੇ ਨਵਾਬਾਂ ਦੇ ਵੇਲੇ, ਸਾਡੇ ਗੁਰੂਆਂ ਦੇ ਵੇਲੇ, ਗੁਰੂ ਨਾਨਕ ਸਾਹਿਬ ਤੋਂ ਸਾਡੀ ਨੇੜਤਾ ਚਲੀ ਆ ਰਹੀ ਹੈ ਜੀ। ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਵਿੱਚ ਮੁਸਲਮਾਨਾਂ ਨਾਲ ਕਿੰਨੀ ਸਾਡੀ ਨੇੜਤਾ ਚੱਲੀ ਵੀਰ ਬੁੱਧੂ ਸ਼ਾਹ ਜੀ ਹੁਣਾਂ ਦੀ ਮਹਾਨਤਾ। ਹਾਂ ਤੇ ਇਹ ਉਸ ਨੇੜਤਾ ਨੂੰ ਅਸੀਂ ਉਹਦੇ ਦੂਰ ਕਿਉਂ ਕੀਤਾ ਹੈ ਤੇ ਉਹ ਨੇੜਤਾ ਹੋਵੇ, ਇਸ ਕਰਕੇ ਇਹ ਟੌਪਿਕ ਮੇਰੇ ਜ਼ਿਹਨ 'ਚ ਆਇਆ ਜੀ। ਇੱਕ ਸਾਡਾ ਇਹ ਹੈ ਵੀ ਇਹ ਗੁਰਦੁਆਰੇ 5 ਮਲੇਰਕੋਟਲੇ ਦੇ ਵਿੱਚ ਸਥਾਪਨ ਦੇ 5 ਦਾ ਸੰਬੰਧ ਮਲੇਰਕੋਟਲੇ ਦੇ ਨਵਾਬਾਂ ਨਾਲ ਹੈ, ਨਵਾਬਾਂ ਦੀਆਂ ਹਵੇਲੀਆਂ ਨਾਲ ਹੈ ਜੀ। 3 ਗੁਰਦੁਆਰੇ ਦਾ ਸਿੱਧੇ ਨਵਾਬਾਂ ਦੀਆਂ ਹਵੇਲੀਆਂ ਦੇ ਵਿੱਚ ਬਣੇ ਹੋਏ ਨੇ ਜੀ। ਜਿੱਥੇ ਨਵਾਬ ਰਹਿੰਦੇ ਸੀਗੇ ਜੀ ਉਹਨਾਂ ਹਵੇਲੀਆਂ 'ਚ ਬਣੇ ਹੋਏ ਨੇ ਜੀ। 2 ਵਾਸਤੇ ਜ਼ਮੀਨ ਨਵਾਬ ਸਾਹਿਬ ਨੇ ਦਿੱਤੀ ਜੀ। ਪਹਿਲਾ ਗੁਰਦੁਆਰਾ ਜਿਹੜਾ ਮੈਂ ਸਿੰਘ ਸਭਾ ਸਾਹਿਬ ਦਿਖਾਇਆ ਉਹਦੇ ਵਾਸਤੇ 27 ਬਿੱਗੇ ਜ਼ਮੀਨ ਦਿੱਤੀ, ਗੁਰਦੁਆਰੇ ਦੀ ਉਸਾਰੀ ਕਰਵਾ ਕੇ ਦਿੱਤੀ ਨਵਾਬ ਅਹਿਮਦ ਅਲੀ ਖਾਨ ਨੇ, ਔਰ ਇੱਕ ਸੋਨੇ ਦੀਆਂ ਮੋਹਰਾਂ ਦੀ ਥੈਲੀ ਭੇਂਟ ਕੀਤੀ। ਬਿਲਕੁਲ ਜੀ। ਤੇ ਹੁਣ ਇਹ ਜਿਹੜੀਆਂ ਜੇ ਦੇਖਿਆ ਜਾਵੇ ਆਪਸੀ ਭਾਈਚਾਰਕ ਸਾਂਝ ਦੀਆਂ ਬਹੁਤ ਵੱਡੀਆਂ ਗੱਲਾਂ ਨੇ, ਬਹੁਤ ਵੱਡੇ ਹੈ। ਇਸ ਕਰਕੇ ਇਹ ਟੌਪਿਕ ਮੇਰੇ ਜ਼ਿਹਨ 'ਚ ਆਇਆ ਕਿ ਕਿਉਂ ਨਾ ਅੱਜ ਦੀ ਨਵੀਂ ਜਨਰੇਸ਼ਨ ਨੂੰ ਇਸ ਟੌਪਿਕ ਬਾਰੇ ਦੱਸਿਆ ਜਾਵੇ ਜੀ। ਤਾਂ ਮੈਂ ਤੁਹਾਡੇ ਕੋਲ ਰਿਕੁਐਸਟ ਕੀਤੀ ਕਿ ਇਸ ਟੌਪਿਕ ਤੇ ਅੱਜ ਤੱਕ ਕੰਮ ਨਹੀਂ ਹੋਇਆ ਜੀ, ਵੀ ਆਪਾਂ ਇਹ ਕਰੀਏ ਤਾਂ ਵਧੀਆ ਗੱਲ ਹੈ। ਬਿਲਕੁਲ ਜੀ। ਦਰਸ਼ਕੋ ਤੁਸੀਂ ਆ ਮਗਰ ਗੁਰਦੁਆਰਾ ਸਾਹਿਬ ਦੇਖ ਰਹੇ ਹੋ, ਹਾਂ ਦਾ ਨਾਰਾ। ਤੇ ਸਰ ਜੀ ਤੁਹਾਡਾ ਵੀ ਧੰਨਵਾਦ, ਤੁਸੀਂ ਬਾਖੂਬੀ ਬਹੁਤ ਕੀਮਤੀ ਜਾਣਕਾਰੀ ਦਿੱਤੀ। ਇੱਕ 7ਵੀਂ ਕਿਸ਼ਤ ਸੀ, ਤਕਰੀਬਨ 12-13 ਕਿਸ਼ਤਾਂ ਤੱਕ ਇਹ ਪ੍ਰੋਗਰਾਮ ਚੱਲੂਗਾ। ਆਪਾਂ ਉਹ ਵੀ ਤੁਸੀਂ ਵੇਖ ਸਕਦੇ ਹੋ ਆਪਣੇ ਚੈਨਲ ਤੇ, ਉਹ ਵੀ ਪਾਵਾਂਗੇ ਆਪਾਂ ਸਮੇਂ ਦੇ ਨਾਲ। ਸੋ ਮਿਹਰਬਾਨੀ ਸਰ, ਤੇ ਅਗਲੀ ਵਾਰੀ ਨਵੀਂ ਕਿਸ਼ਤ ਲੈ ਕੇ ਮਿਲਦੇ ਹਾਂ। ਧੰਨਵਾਦ ਜੀ, ਧੰਨਵਾਦ, ਮਿਹਰਬਾਨੀ। ਬਹੁਤ ਬਹੁਤ ਧੰਨਵਾਦ।